ਸਤਿ ਸ਼੍ਰੀ ਅਕਾਲ। ਨਿਊਜ਼ 18 ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਵਿਜੇਪਾਲ ਸਿੰਘ ਬਰਾੜ। ਖਬਰਾਂ ਦਾ ਪ੍ਰਾਈਮ ਟਾਈਮ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹਾਂ ਔਰ ਅੱਜ ਖਬਰਾਂ ਦੇ ਪ੍ਰਾਈਮ ਟਾਈਮ 'ਚ ਗੱਲ ਕਰੋਨਾ ਦੀ। ਕਰੋਨਾ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਚੱਕੇ ਗਏ ਕਦਮਾਂ ਦੀ, ਸਰਕਾਰ ਦੇ ਫੈਸਲਿਆਂ ਦੀ, ਕਰੋਨਾ ਨੂੰ ਲੈ ਕੇ ਲਾਈਆਂ ਪਾਬੰਦੀਆਂ ਦੀ। ਪਰ ਇਹ ਪਾਬੰਦੀਆਂ ਕਿੰਨੀਆਂ ਕਾਰਗਰ ਨੇ ਜਾਂ ਲੋਕ ਕਿੰਨਾ ਇਸ ਨੂੰ ਫੋਲੋ ਕਰ ਰਹੇ ਨੇ, ਇਸ ਨੂੰ ਲੈ ਕੇ ਸਵਾਲ ਵੀ ਬਹੁਤ ਵੱਡੇ ਨੇ। ਔਰ ਇੱਕ ਸਵਾਲ ਜਿਹੜਾ ਹਰ ਕੋਈ ਵਿਅਕਤੀ, ਹਰ ਕੋਈ ਦਰਸ਼ਕ ਜ਼ਰੂਰ ਪੁੱਛਦਾ ਹੈ ਕਿ ਕੀ ਸਿਆਸੀ ਰੈਲੀਆਂ ਤੇ ਕਰੋਨਾ ਲਾਗੂ ਨਹੀਂ ਹੁੰਦਾ? ਕਿ ਜਦੋਂ ਪੈਰਲਲ ਸਿਆਸਤ ਚੱਲਦੀ ਹੈ ਉਦੋਂ ਕਰੋਨਾ ਕਿੱਥੇ ਚਲਾ ਜਾਂਦਾ ਔਰ ਆਮ ਲੋਕਾਂ ਦੇ ਲਈ ਕਰੋਨਾ ਦੇ ਇੰਨੇ ਸਖਤ ਨਿਯਮ ਕਿਉਂ ਨੇ? ਪਹਿਲਾਂ ਪੰਜਾਬ ਸਰਕਾਰ ਦੇ ਅੱਜ ਵੱਡੇ ਫੈਸਲਿਆਂ ਦਾ ਜ਼ਿਕਰ ਕਰ ਲੈਂਦੇ ਹਾਂ। 31 ਮਾਰਚ ਤੱਕ ਸਾਰੇ ਵਿਦਿਅਕ ਅਦਾਰੇ ਬੰਦ ਕਰ ਦਿੱਤੇ ਗਏ ਨੇ। ਸਿਰਫ ਮੈਡੀਕਲ ਕਾਲਜਾਂ ਨੂੰ ਛੱਡ ਕੇ ਬਾਕੀ ਪੰਜਾਬ ਦੇ ਸਾਰੇ ਸਕੂਲ, ਕਾਲਜ, ਵਿਦਿਅਕ ਅਦਾਰੇ 31 ਮਾਰਚ ਤੱਕ ਬੰਦ ਰਹਿਣਗੇ। ਲੋੜ ਪੈਣ ਤੇ ਜੇ ਪ੍ਰੀਖਿਆਵਾਂ ਵੀ ਜ਼ਰੂਰਤ ਹੋਈ ਤਾਂ ਮੁਲਤਵੀ ਕਰ ਦਿੱਤੀਆਂ ਜਾਣਗੀਆਂ, ਇਹ ਵੀ ਸਰਕਾਰ ਨੇ ਕਹਿ ਦਿੱਤਾ ਹੈ। ਜਨਤਕ ਇਕੱਠਾਂ ਤੇ ਪਾਬੰਦੀਆਂ ਲਾ ਦਿੱਤੀਆਂ ਗਈਆਂ ਨੇ। ਸਿਨੇਮਾ ਹਾਲ ਦੇ ਵਿੱਚ 50% ਲੋਕਾਂ ਦੇ ਜਾਣ ਦੀ ਇਜਾਜ਼ਤ ਮਿਲੇਗੀ, ਯਾਨੀ 50% ਆਕੂਪਾਈ ਹੋਣਗੀਆਂ ਸੀਟਾਂ। ਪੂਰੀ ਜਿਹੜੀ ਕਪੈਸਿਟੀ ਹੈ ਉਹ ਨਹੀਂ ਜਾ ਸਕਣਗੇ ਲੋਕ ਸਿਨੇਮਾ ਹਾਲ 'ਚ। ਕਿਸੇ ਵੀ ਮਾਲ ਦੇ ਵਿੱਚ 100 ਤੋਂ ਵੱਧ ਲੋਕਾਂ ਦੀ ਐਂਟਰੀ ਤੇ ਰੋਕ ਰਹੇਗੀ। ਇਕੱਠੀ 100 ਤੋਂ ਵੱਧ ਐਂਟਰੀ ਨਹੀਂ ਹੋ ਸਕਦੀ। ਪੰਜਾਬ ਸਰਕਾਰ ਨੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਆਪਣੇ ਘਰ 'ਚ ਵੀ 10 ਤੋਂ ਜ਼ਿਆਦਾ ਮਹਿਮਾਨ ਨਾ ਆਉਣ ਦੇਣ। 11 ਹੌਟਸਪੌਟ ਜ਼ਿਲ੍ਹਿਆਂ ਦੇ ਲਈ ਵੱਖਰੀਆਂ ਗਾਈਡਲਾਈਨਸ ਨੇ। ਇਹਨਾਂ 11 ਹੌਟਸਪੌਟ ਜ਼ਿਲ੍ਹਿਆਂ ਦੇ ਵਿੱਚ ਵਿਆਹ ਸਮਾਗਮਾਂ 'ਚ ਵੀ ਤੇ ਕਿਸੇ ਦੇ ਮਰਗ ਤੇ ਵੀ, ਸੰਸਕਾਰ ਤੇ ਵੀ 20 ਤੋਂ ਜ਼ਿਆਦਾ ਲੋਕ ਸ਼ਾਮਲ ਨਹੀਂ ਹੋ ਸਕਣਗੇ। ਸੰਡੇ ਨੂੰ, ਐਤਵਾਰ ਨੂੰ ਸਾਰੇ ਮਾਲ ਤੇ ਰੈਸਟੋਰੈਂਟ ਜਿਹੜੇ ਨੇ ਉਹ ਬੰਦ ਰਹਿਣਗੇ। 21 ਮਾਰਚ ਤੋਂ ਇਹ ਪਾਬੰਦੀਆਂ ਜਿਹੜੀਆਂ ਨੇ ਪੰਜਾਬ ਦੇ ਵਿੱਚ ਲਾਗੂ ਹੋ ਜਾਣਗੀਆਂ। ਐਤਵਾਰ ਤੋਂ ਪੰਜਾਬ 'ਚ ਮਾਸਕ ਨਾ ਪਾਉਣ ਵਾਲਿਆਂ ਦੇ ਲਈ ਵੀ ਹੁਣ ਸਖਤੀ ਹੋਏਗੀ। ਯਾਨੀ ਜੇ ਕਿਸੇ ਨੂੰ ਬਿਨਾਂ ਮਾਸਕ ਤੋਂ ਚੱਲਦੇ ਹੋਏ ਦੇਖਿਆ ਗਿਆ ਤਾਂ ਪੁਲਿਸ ਉਸ ਨੂੰ ਫੜ ਕੇ ਸਿੱਧਾ ਕਰੋਨਾ ਟੈਸਟ ਕਰਵਾਉਣ ਦੇ ਲਈ ਲੈ ਜਾਏਗੀ ਔਰ ਉਸ ਦਾ ਸਿੱਧਾ RT-PCR ਟੈਸਟ ਪ੍ਰਸ਼ਾਸਨ ਵੱਲੋਂ ਕਰਵਾਇਆ ਜਾਏਗਾ। ਸੋ ਕਰੋਨਾ ਦੇ ਵੱਧਦੇ ਕੇਸਾਂ ਤੇ ਪੰਜਾਬ ਸਰਕਾਰ ਨੇ ਇਹ ਸਖਤੀ ਕੀਤੀ ਹੈ। ਮੰਡੀਆਂ ਦੇ ਵਿੱਚ ਜਿਹੜੀ ਖਰੀਦ 1 ਅਪ੍ਰੈਲ ਤੋਂ ਸ਼ੁਰੂ ਹੋਣੀ ਸੀ ਉਹ 10 ਅਪ੍ਰੈਲ ਤੋਂ ਸ਼ੁਰੂ ਕਰਨ ਦਾ ਫੈਸਲਾ ਲਿਆ ਗਿਆ ਹੈ, ਸਰਕਾਰੀ ਖਰੀਦ। ਇਸ ਤੋਂ ਇਲਾਵਾ ਜਿਹੜੇ ਜਨਤਕ ਇਕੱਠ ਨੇ, ਰੈਲੀਆਂ ਨੇ, ਸਿਆਸੀ ਰੈਲੀਆਂ, ਉਹਨਾਂ ਨੂੰ ਲੈ ਕੇ ਵੀ ਗਾਈਡਲਾਈਨਸ ਨੇ। ਪਰ ਕਿਉਂਕਿ ਪੰਜਾਬ ਦੇ ਵਿੱਚ ਕਈ ਰੈਲੀਆਂ ਉਲੀਕੀਆਂ ਜਾ ਚੁੱਕੀਆਂ ਨੇ, 21 ਤਰੀਕ ਨੂੰ ਆਮ ਆਦਮੀ ਪਾਰਟੀ ਦੀ ਇੱਕ ਵੱਡੀ ਰੈਲੀ ਹੈ, ਉਸ ਨੂੰ ਲੈ ਕੇ ਸਵਾਲ ਨੇ ਕਿ ਹੁਣ ਅੱਗੇ ਕੀ ਹੋਏਗਾ। ਸੋ ਅੱਜ ਦਾ ਸਵਾਲ ਜਿਹੜਾ ਹੈ, ਇਹ ਸਾਡਾ ਅੱਜ ਦਾ ਸਵਾਲ ਹੈ ਕਿ ਕੀ ਲੋਕ ਹੁਣ ਕਰੋਨਾ ਨੂੰ ਪਹਿਲਾਂ ਦੀ ਤਰ੍ਹਾਂ ਗੰਭੀਰਤਾ ਨਾਲ ਲੈਣਗੇ ਜਾਂ ਪਹਿਲਾਂ ਦੀ ਤਰ੍ਹਾਂ ਗੰਭੀਰਤਾ ਨਾਲ ਲੈ ਰਹੇ ਨੇ? ਇਹ ਇਸ ਵੇਲੇ ਸਭ ਤੋਂ ਵੱਡਾ ਸਵਾਲ ਹੈ ਔਰ ਦਰਸ਼ਕ ਇਸ ਦਾ ਜਵਾਬ ਸਾਨੂੰ ਭੇਜ ਸਕਦੇ ਨੇ। ਹਾਂ ਦੇ ਲਈ ਟਾਈਪ ਕਰੋ news18 ਤੇ ਨਾ ਦੇ ਲਈ ਟਾਈਪ ਕਰੋ news18 ਭੇਜ ਦਿਓ 56677 ਤੇ। ਇਸ ਡਿਬੇਟ ਦੇ ਅੰਤ ਦੇ ਵਿੱਚ ਅਸੀਂ ਇਸ ਸਵਾਲ ਦਾ ਜਵਾਬ ਦੇਵਾਂਗੇ ਕਿ ਕੀ ਲੋਕ ਪਹਿਲਾਂ ਦੀ ਤਰ੍ਹਾਂ ਵਾਕਿਆ ਹੀ ਕਰੋਨਾ ਨੂੰ ਗੰਭੀਰਤਾ ਨਾਲ ਲੈ ਰਹੇ ਨੇ ਜਾਂ ਨਹੀਂ। ਸੋ ਅੱਜ ਦੀ ਡਿਬੇਟ ਦੇ ਵਿੱਚ ਸਵਾਲ ਸਾਡੇ ਜਿਹੜਾ ਕੇਂਦਰ ਬਿੰਦੂ ਹੈ ਉਹ ਇਹੀ ਰਹੇਗਾ ਕਿ ਕੀ ਪਾਬੰਦੀਆਂ ਦੇ ਨਾਲ ਕਰੋਨਾ ਦੀ ਰਫ਼ਤਾਰ ਤੇ ਬ੍ਰੇਕ ਲੱਗੇਗੀ? ਕੀ ਲਾਕਡਾਊਨ ਵੱਲ ਪੰਜਾਬ ਵੱਧਦਾ ਨਜ਼ਰ ਆ ਰਿਹਾ? ਜਿਸ ਤਰੀਕੇ ਨਾਲ ਸਖਤੀ ਦੀ ਗੱਲ ਕੀਤੀ ਜਾ ਰਹੀ ਹੈ ਜਾਂ ਕੇਸਾਂ ਦੇ ਵਧਣ ਦੀ ਗੱਲ ਕੀਤੀ ਜਾ ਰਹੀ ਹੈ, ਪੰਜਾਬ 'ਚ ਦੁਬਾਰਾ ਕਰੋਨਾ ਦੇ ਕੇਸ ਵਧਣ ਦੇ ਲਈ ਜ਼ਿੰਮੇਵਾਰ ਕੌਣ ਹੈ? ਕਿਉਂ ਇੱਕਦਮ ਵਜ੍ਹਾ ਕੀ ਹੈ ਇਸ ਦੀ? ਕਿਉਂ ਕੇਸ ਵਧ ਰਹੇ ਨੇ? ਕੀ ਸਿਆਸੀ ਇਕੱਠਾਂ ਤੇ ਵੀ ਇਹ ਪਾਬੰਦੀਆਂ ਇੰਨ ਬਿੰਨ ਲਾਗੂ ਹੋਣਗੀਆਂ? ਔਰ ਲੋਕਾਂ 'ਚ ਕਰੋਨਾ ਪ੍ਰਤੀ ਸ਼ੰਕੇ ਵਧਣ ਦੇ ਲਈ ਕੌਣ ਜ਼ਿੰਮੇਵਾਰ ਹੈ? ਕੀ ਲੋਕ ਹੁਣ ਕਰੋਨਾ ਨੂੰ ਵਾਕਈ ਪਹਿਲਾਂ ਦੀ ਤਰ੍ਹਾਂ ਗੰਭੀਰਤਾ ਦੇ ਨਾਲ ਲੈ ਰਹੇ ਨੇ? ਇਹ ਕਈ ਸਾਰੇ ਸਵਾਲ ਨੇ ਜਿਨ੍ਹਾਂ ਦੇ ਜਵਾਬ ਅਸੀਂ ਅੱਜ ਦੀ ਡਿਬੇਟ 'ਚ ਲੱਭਣ ਦੀ ਕੋਸ਼ਿਸ਼ ਕਰਾਂਗੇ। ਸਾਡੇ ਨਾਲ ਮਹਿਮਾਨ ਜੁੜ ਰਹੇ ਨੇ। ਕਾਂਗਰਸ ਪਾਰਟੀ ਤੋਂ ਲਖਬੀਰ ਸਿੰਘ ਲੱਖਾ ਵਿਧਾਇਕ ਨੇ ਸਾਡੇ ਨਾਲ ਜੁੜੇ ਨੇ ਔਰ ਸੁਖਵਿੰਦਰ ਸੁੱਖੀ ਜੁੜੇ ਨੇ ਅਕਾਲੀ ਦਲ ਤੋਂ, ਰਵਿੰਦਰ ਅਰੋੜਾ BJP ਤੋਂ ਔਰ ਕੁਲਤਾਰ ਸੰਧਵਾ ਸਾਡੇ ਨਾਲ ਆਮ ਆਦਮੀ ਪਾਰਟੀ ਤੋਂ ਜੁੜਨਗੇ। ਪਹਿਲਾਂ ਸੁਖਵਿੰਦਰ ਸੁੱਖੀ ਹੋਰਾਂ ਤੋਂ ਇੱਕ ਰਿਐਕਸ਼ਨ ਮੈਂ ਲੈਣਾ ਚਾਹੂੰਗਾ। ਸੁੱਖੀ ਜੀ, ਜਿਸ ਤਰੀਕੇ ਲਗਾਈਆਂ ਗਈਆਂ ਨੇ, ਸਭ ਤੋਂ ਵੱਡਾ ਤਾਂ ਸਵਾਲ ਇਹ ਹੈ ਕਿ ਕੀ ਇਹ ਜਿਹੜੀਆਂ ਪਾਬੰਦੀਆਂ ਨੇ ਇਸ ਦੇ ਨਾਲ ਜਿਹੜਾ ਹੈ ਲੋਕ ਇਸ ਨੂੰ ਫੋਲੋ ਕਰ ਪਾਉਣਗੇ? ਲੋਕ ਇਹਨਾਂ ਪਾਬੰਦੀਆਂ ਨੂੰ ਹੂਬਹੂ ਜਿਹੜਾ ਹੈ ਉਹਨਾਂ ਨੂੰ ਲਾਗੂ ਕਰਨਗੇ? ਕਿਉਂਕਿ ਜਿਸ ਤਰੀਕੇ ਦੀ ਗੰਭੀਰਤਾ ਪਹਿਲਾਂ ਸੀ, ਅੱਜ ਉਸ ਤਰੀਕੇ ਦੀ ਗੰਭੀਰਤਾ ਨਜ਼ਰ ਨਹੀਂ ਆ ਰਹੀ। ਵਿਜੇਪਾਲ ਜੀ, ਸਭ ਤੋਂ ਪਹਿਲਾਂ ਤਾਂ ਮੈਂ ਗੱਲ ਕਹੂੰਗਾ ਕਿ ਪਾਬੰਦੀਆਂ ਦਾ ਉਹਦੇ ਦੋ ਪਹਿਲੂ ਨੇ। ਇੱਕ ਪਹਿਲੂ ਕੀ ਲੋਕ ਉਹਨੂੰ ਮੰਨਦੇ ਆ, ਜਾਂ ਦੂਸਰਾ ਪਹਿਲੂ ਇਹ ਹੈ ਕਿ ਉਹ ਜਿਹੜੇ ਪਾਬੰਦੀਆਂ ਲਗਾਈਆਂ ਗਈਆਂ
ਕਿ ਸਰਕਾਰ ਸਿੰਸੀਅਰਟੀ ਨਾਲ ਉਹ ਲਾਗੂ ਵੀ ਕਰਨਾ ਚਾਹੁੰਦੀ ਹੈ। ਜਿੱਥੋਂ ਤੱਕ ਅੱਜ ਤੱਕ ਦੇਖਿਆ ਗਿਆ ਜੀ, ਸਰਕਾਰ ਨੇ ਜਿੰਨੀਆਂ ਵੀ ਪਾਬੰਦੀਆਂ ਲਾਈਆਂ, ਬੇਸ਼ੱਕ ਉਹ ਸਾਡੇ ਸੋਸ਼ਲ ਡਿਸਟੈਂਸਿੰਗ ਦੀ ਗੱਲ ਹੋਵੇ, ਫੇਸ ਮਾਸਕ ਦੀ ਗੱਲ ਹੋਵੇ, ਲੋਕਾਂ 'ਚ ਇਕੱਠ ਕਰਨ ਦੀ ਗੱਲ ਹੋਵੇ, ਜੇ ਤੁਸੀਂ ਪਾਸ ਦੇ ਵਿੱਚ ਦੇਖੋ ਉਹਨੂੰ ਡਾਕਟਰਾਂ ਨੇ ਜਾਂ ਜਿਹੜੀ ਮੈਡੀਕਲ ਨਾਲ ਕੰਸਰਨ ਲੋਕਾਂ ਨੇ ਉਹਨਾਂ ਨੇ ਲੋਕਾਂ ਤੱਕ ਜਿਹੜੀ ਗੱਲ ਸੀ ਪਹੁੰਚਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਉਸ ਦੇ ਬਦਲੇ ਪੁਲਿਸ ਨੇ ਔਰ ਪ੍ਰਸ਼ਾਸਨ ਨੇ ਜ਼ੋਰ ਦੇ ਨਾਲ ਲੋਕਾਂ ਨੂੰ ਡਰਾ ਕੇ ਮਨਾਉਣ ਦੀ ਗੱਲ ਕੀਤੀ ਗਈ। ਇਹ ਬਹੁਤ ਵੱਡਾ ਫਰਕ ਆ। ਇੱਕ ਲੋਕਾਂ ਨੂੰ ਸਮਝਾਉਣਾ, ਇੱਕ ਲੋਕਾਂ ਤੇ ਦਬਾਅ ਬਣਾ ਕੇ ਗੱਲ ਮਨਾਉਣਾ। ਇਹ ਜਿੰਨਾ ਚਿਰ ਅਸੀਂ ਕਿਸੇ ਵੀ ਚੀਜ਼ ਨੂੰ ਲੋਕਾਂ ਤੱਕ ਸਮਝਾਉਣ 'ਚ ਕਾਮਯਾਬ ਨਹੀਂ ਹੁੰਦੇ, ਮੈਂ ਸਮਝਦਾ ਕਿਸੇ ਵੀ ਪਾਬੰਦੀ ਦਾ ਕੋਈ ਫਾਇਦਾ ਨਹੀਂ ਹੁੰਦਾ। ਮੈਂ ਵਿਜੇਪਾਲ ਜੀ ਇੱਕ ਤੁਹਾਡੇ ਨਾਲ ਗੱਲ ਸਾਂਝੀ ਕਰਨਾ ਚਾਹਨਾ। ਜਿਹੜੇ ਲੋਕ ਆਪਣੇ ਪ੍ਰਤੀ ਸਿੰਸੀਅਰ ਨੇ, ਅੱਜ ਪੰਜਾਬ ਸਰਕਾਰ ਦਾ ਪਿਛਲੇ ਦਿਨੀ ਆਪਣਾ ਬਜਟ ਸੈਸ਼ਨ ਹੋ ਕੇ ਹਟਿਆ, ਉਹਦੇ ਵਿੱਚ ਸਾਰੇ ਐਮਐਲਏ ਜਿੰਨੇ ਵੀ ਤੁਸੀਂ ਵੀ ਪ੍ਰੈਸ ਰਿਪੋਰਟਰ ਵੀ ਤੁਹਾਨੂੰ ਬਿਨਾਂ ਕਰੋਨਾ ਟੈਸਟ ਕੀਤੇ ਅੰਦਰ ਨਹੀਂ ਜਾਣ ਦਿੱਤਾ ਗਿਆ। ਪਰ ਕਿੰਨੀ ਇਹ ਅਫਸੋਸ ਨਾਲ ਗੱਲ ਕਹਿਣੀ ਪੈਂਦੀ ਹੈ ਕਿ ਸਾਡੇ ਸਟੇਟ ਦਾ ਗਵਰਨਰ ਔਰ ਉਹਦੇ ਨਾਲ ਜਿੰਨਾ ਵੀ ਅਬਲਾ ਉਥੇ ਅੱਜ ਜਿੰਨਾ ਵੀ ਉਹਦੇ ਨਾਲ ਜਿਹੜਾ ਸਟਾਫ ਆਇਆ 40-50 ਲੋਕ ਉਹ ਬਿਨਾਂ ਕਰੋਨਾ ਤੋਂ ਆਏ। ਔਰ ਜੇ ਅਸੀਂ ਕਿਹਦੇ ਨਾਲ ਖਿਲਵਾੜ ਕਰ ਰਹੇ ਹਾਂ, ਅਸੀਂ ਦੇਸ਼ ਲੋਕਾਂ ਨੂੰ ਇਹ ਸੁਨੇਹਾ ਦੇਣਾ ਕਿ ਅਸੀਂ ਜੋ ਨਿਯਮ ਬਣਾਏ ਉਹਦੇ ਤੇ ਹੂ ਲਾਗੂ ਕਰਨੇ ਆ। ਪਰ ਜੇ ਅਸੀਂ ਲਾਗੂ ਕਰਨ ਵਾਲੇ ਹੀ ਆਪਣੇ ਨਿਯਮ ਆਪਣੇ ਤੇ ਨਾ ਲਾਗੂ ਕਰੀਏ ਤਾਂ ਇਸ ਤੋਂ ਮਾੜੀ ਗੱਲ ਹੋਰ ਨਹੀਂ ਹੋ ਸਕਦੀ। ਸਾਨੂੰ ਲੋਕਾਂ ਤੋਂ ਆਸ ਨਹੀਂ ਰੱਖਣੀ ਚਾਹੀਦੀ, ਪਹਿਲਾਂ ਸਾਨੂੰ ਆਪਣੇ ਸਵਾਲ ਜਿਹੜੇ ਨੇ ਕਰਨਾ ਚਾਹੀਦਾ। ਪੋਲੀਟੀਕਲ ਪਾਰਟੀਆਂ ਦੇ ਵੀ ਆ ਜਾਂਦੇ ਨੇ, ਪੋਲੀਟੀਕਲ ਸਿਆਸੀ ਇਕੱਠਾਂ ਤੇ ਆ ਜਾਂਦੇ ਨੇ। ਪਿਛਲੇ ਦਿਨੀ ਅਕਾਲੀ ਦਲ ਨੇ ਐਡੀਆਂ ਵੱਡੀਆਂ ਰੈਲੀਆਂ ਕੀਤੀਆਂ, ਹੁਣ ਆਮ ਆਦਮੀ ਪਾਰਟੀ ਰੈਲੀ ਕਰਨ ਜਾ ਰਹੀ ਹੈ 21 ਤਰੀਕ ਨੂੰ। ਫਿਰ ਸਵਾਲ ਇਹ ਆ ਜਾਂਦਾ ਹੈ ਕਿ ਜਦੋਂ ਸਿਆਸੀ ਲੋਕ ਕੋਈ ਕਾਨੂੰਨ ਬਣਾਉਂਦੇ ਆ, ਪਾਰਟੀ ਕੋਈ ਵੀ ਹੋਵੇ, ਗੱਲ ਇਹ ਆ ਜਾਂਦੀ ਹੈ ਕਿ ਪਹਿਲਾਂ ਤਾਂ ਸਿਆਸੀ ਲੋਕਾਂ ਤੋਂ ਹੀ ਇੱਕ ਮੈਸੇਜ ਅੱਗੇ, ਇੱਕ ਸੁਨੇਹਾ ਅੱਗੇ ਲੋਕਾਂ 'ਚ ਜਾਂਦਾ, ਤੇ ਜੇ ਫਿਰ ਇਦਾਂ ਹੀ ਰੈਲੀਆਂ ਹੁੰਦੀਆਂ ਰਹਿਣਗੀਆਂ ਤਾਂ ਫਿਰ ਉਹਨਾਂ ਦਾ ਫਾਇਦਾ ਫਿਰ ਆਮ ਲੋਕਾਂ ਨੂੰ ਤਾਂ ਵਿਚਾਰੇ ਟੌਰਚਰ ਕਰਨ ਵਾਲੀ ਗੱਲ ਹੀ ਹੋਗੀ ਇਕੱਲੀ। ਵਿਜੇਪਾਲ ਜੀ ਮੈਂ ਇਹੀ ਗੱਲ ਕਹਿ ਰਿਹਾ, ਲੋਕਾਂ ਨੂੰ ਸਮਝਾਉਣ ਦੀ ਲੋੜ ਹੈ, ਲੋਕਾਂ ਨੂੰ ਐਜੂਕੇਟ ਕਰਨ ਦੀ ਲੋੜ ਹੈ, ਦਬਾਅ ਬਣਾਉਣ ਦੀ ਲੋੜ ਨਹੀਂ। ਅਸੀਂ ਇੰਨਾ ਡਰਾ ਨਾ ਦਈਏ। ਜਦੋਂ ਕਰੋਨਾ ਆਇਆ ਅਸੀਂ ਇੰਨਾ ਜ਼ਿਆਦਾ ਡਰਾਤਾ ਕਿ ਲੋਕ ਅੰਦਰ ਹੀ ਵੜ ਗਏ। ਅੱਜ ਕਰੋਨਾ ਦੀ ਮਹਾਮਾਰੀ ਇੰਨੀ ਵੱਧ ਗਈ, ਲੋਕਾਂ ਨੂੰ ਡਰੇ ਹੀ ਨਹੀਂ। ਇਹਦਾ ਮਤਲਬ ਕੀ ਹੋਇਆ ਕਿ ਸਰਕਾਰ ਸਾਡੇ ਨਾਲ ਲਖਵੀਰ ਲੱਖਾ ਜੀ ਜੁੜੇ ਨੇ। ਲੱਖਾ ਜੀ ਤੁਸੀਂ ਸੁਣ ਰਹੇ ਹੋਵੋਗੇ ਡਾਕਟਰ ਸੁੱਖੀ ਜਿਹੜੀ ਗੱਲ ਕਹਿ ਰਹੇ ਨੇ। ਸਾਡੇ ਸਵਾਲ ਇਹੀ ਨੇ ਕਿ ਇੱਕ ਪਾਸੇ ਬੜਾ ਸਪਸ਼ਟ ਤੌਰ ਤੇ ਕੈਪਟਨ ਅਮਰਿੰਦਰ ਸਿੰਘ ਨੇ ਕਹਿਤਾ ਕਿ ਅਸੀਂ ਸਖਤੀ ਕਰਾਂਗੇ। ਕੈਪਟਨ ਅਮਰਿੰਦਰ ਸਿੰਘ ਇੱਕ ਆਪਣੇ ਉਸ ਲਹਿਜੇ ਦੇ ਲਈ ਵੀ ਜਾਣੇ ਜਾਂਦੇ ਆ, ਇਸ 'ਚ ਕੋਈ ਦੋ ਰਾਏ ਨਹੀਂ ਹੈ ਵੀ ਜੇ ਉਹ ਸਖਤੀ ਨਾਲ ਕਹਿੰਦੇ ਆ ਤਾਂ ਠੀਕ ਹੈ ਵੀ ਅਸੀਂ ਸਖਤੀ ਕਰਾਂਗੇ। ਪਰ ਦੂਜੇ ਪਾਸੇ ਜਦੋਂ ਅਪੀਲ ਹੁੰਦੀ ਹੈ ਕਿ ਆਮ ਆਦਮੀ ਪਾਰਟੀ ਜਿਹੜੀ ਰੈਲੀ ਕਰ ਰਹੀ ਹੈ ਉਹਨਾਂ ਨੂੰ ਅਪੀਲ ਹੈ ਕਿ ਨਾ, ਜਦੋਂ ਤੁਸੀਂ ਕਾਨੂੰਨ ਹੀ ਬਣਾਤਾ, ਜਦੋਂ ਤੁਸੀਂ ਰੂਲਸ ਹੀ ਫਰੇਮ ਕਰਤੇ ਕਿ ਜੀ 200 ਤੋਂ ਵੱਧ ਇਕੱਠ ਹੋਏਗਾ ਹੀ ਨਹੀਂ, ਤਾਂ ਫਿਰ ਤੁਸੀਂ ਸਿਆਸੀ ਰੈਲੀ ਵੀ ਸਿੱਧਾ ਆਰਡਰ ਕਰੋ ਕਿ ਕੈਂਸਲ ਹੈ ਜੀ, ਨਹੀਂ ਹੋ ਸਕਦੀ। ਫਿਰ ਉਹਨਾਂ ਨੂੰ ਪਰਮਿਸ਼ਨਾਂ ਦੇਣਾ, ਫਿਰ ਉਹਨਾਂ ਪਰਮਿਸ਼ਨਾਂ ਨੂੰ ਲੈ ਕੇ ਨਵੇਂ ਜਿਹੜੇ ਹੈਗੇ ਆ ਉਹ ਰੂਲ ਦੱਸਣੇ ਕਿ ਆਉਣਗੇ, ਟੈਸਟ ਹੋਣਗੇ, ਰਿਪੋਰਟ ਲੈ ਕੇ ਆਉਣ। ਫਿਰ ਉਹਨਾਂ ਚੀਜ਼ਾਂ ਦੇ ਫਾਇਦੇ ਕੀ ਨੇ ਲੱਖਾ ਜੀ? ਦੇਖੋ ਵਿਜੇਪਾਲ ਜੀ, ਜਿਹੜੀ ਗੱਲ ਸੁੱਖੀ ਜੀ ਨੇ ਕਹੀ ਹੈ ਵੀ ਇਹ ਜਿਹੜੀ ਸਰਕਾਰ ਨੇ, ਕੈਪਟਨ ਅਮਰਿੰਦਰ ਸਿੰਘ ਦੀ ਗਵਰਨਮੈਂਟ ਨੇ ਜਿਹੜੀਆਂ ਪਾਬੰਦੀਆਂ ਲਾਈਆਂ ਨੇ ਉਹ ਲਾਗੂ ਹੋਣੀਆਂ ਚਾਹੀਦੀਆਂ ਨੇ। ਉਹ ਸਟ੍ਰਿਕਟਲੀ ਹੋਣ, ਪਿਆਰ ਨਾਲ ਹੋਣ, ਜ਼ਰੂਰੀ ਨੇ, ਕਿਉਂਕਿ ਉਹ ਆਪਣੇ ਲਈ ਤਾਂ ਹੈ ਨਹੀਂ, ਉਹ ਹਰ ਇੱਕ ਦੀ ਜਾਨ ਮਾਲ ਦੀ ਰਾਖੀ ਲਈ ਨੇ, ਕਿਸੇ ਨੂੰ ਕਿਸੇ ਤਰੀਕੇ ਕਰੋਨਾ ਤੋਂ ਬਚਾਉਣ ਲਈ ਨੇ। ਜਿਹੜੀ ਤੁਸੀਂ ਗੱਲ ਕੀਤੀ ਹੈ ਕੈਪਟਨ ਅਮਰਿੰਦਰ ਸਿੰਘ ਜਾਣੇ ਜਾਂਦੇ ਨੇ, ਬਿਲਕੁਲ ਸਹੀ ਗੱਲ, ਉਹ ਜਾਣੇ ਜਾਂਦੇ ਨੇ ਗੁੱਡ ਗਵਰਨੈਂਸ ਲਈ। ਉਹਨਾਂ ਨੇ ਸਖਤੀ ਨਾਲ ਕਿਹਾ ਵੀ ਇਹ ਲਾਗੂ ਹੋਣ। ਪਰ ਦੂਸਰੇ ਪਾਸੇ ਜਿਹੜੀ ਤੁਸੀਂ ਗੱਲ ਕਰ ਰਹੇ ਆਮ ਆਦਮੀ ਪਾਰਟੀ ਦੀ ਰੈਲੀ ਦੀ, ਜੇ ਉਹ ਸਖਤੀ ਨਾਲ ਰੈਲੀ ਨੂੰ ਕਹਿਣਗੇ ਤਾਂ ਇਹਨਾਂ ਨੇ ਆਮ ਆਦਮੀ ਪਾਰਟੀ ਜਾਂ ਵਿਰੋਧੀ ਪਾਰਟੀਆਂ ਨੇ ਇਹ ਲੈਣਾ ਵੀ ਕੈਪਟਨ ਅਮਰਿੰਦਰ ਸਿੰਘ ਤਾਂ ਹੁਣ ਡਰਿਆ ਹੋਇਆ, ਹੁਣ ਰੈਲੀਆਂ ਕਰ ਨਹੀਂ ਦੇ ਰਿਹਾ। ਬਿਲਕੁਲ ਨਹੀਂ, ਪਰ ਇਹ ਇੱਥੇ ਕੈਪਟਨ ਅਮਰਿੰਦਰ ਸਿੰਘ ਦੀ ਸਹੀ ਸੋਚ ਦਾ ਪ੍ਰਗਟਾਵਾ ਵੀ ਉਹਨਾਂ ਨੂੰ ਅਪੀਲ ਕੀਤੀ। ਲੱਖਾ ਜੀ ਜਿਵੇਂ ਮਰਜ਼ੀ ਲਈ ਯਾਰ, ਮੇਰੀ ਗੱਲ ਸੁਣੋ, ਇੱਕ ਮਿੰਟ ਮੈਂ ਮਾੜਾ ਜਿਹਾ ਐਡ ਕਰਨਾ ਚਾਹੁੰਦਾ। ਜਿਵੇਂ ਮਰਜ਼ੀ ਲਈ ਜਾਣ ਵਿਰੋਧੀ ਪਾਰਟੀਆਂ ਤੋਂ, ਜਦੋਂ ਤੁਸੀਂ ਪੰਜਾਬ ਦੇ ਵਿੱਚ ਲੋਕਾਂ ਨੂੰ ਬਚਾਉਣਾ ਹੈ, ਇੱਕ ਸਖਤੀ ਨਾਲ ਰੂਲ ਲਾਗੂ ਕਰਨੇ ਆ, ਫਿਰ ਵਿਰੋਧੀ ਪਾਰਟੀ ਜੋ ਮਰਜ਼ੀ ਕਹੀ ਜਾਵੇ, ਫਿਰ ਤਾਂ ਬੜਾ ਸਿੱਧਾ ਸਪਸ਼ਟ ਹੈ ਵੀ ਤੁਸੀਂ ਕਹੋ ਵੀ ਇਹ ਚੀਜ਼ ਨਹੀਂ ਹੋਏਗੀ ਜੀ, ਗੱਲ ਖਤਮ। ਫਿਰ ਕੱਲੇ ਵਿਚਾਰੇ ਲੋਕਾਂ ਦਾ ਤਾਂ ਗੱਡੀ 'ਚ ਜਾਂਦਿਆਂ ਦੇ ਮਾਸਕ ਦੇ ਚਲਾਨ ਕੱਟੇ ਜਾਂਦੇ ਆ, ਤੇ ਰੈਲੀਆਂ ਦੇ ਵਿੱਚ ਉੱਥੇ 10-10 ਹਜ਼ਾਰ ਬੰਦਾ ਉੱਥੇ ਬੈਠਾ ਰਵੇ। ਇਹ ਤਾਂ ਫਿਰ ਉਹ ਡਬਲ ਸਟੈਂਡਰਡਸ ਹੋ ਗਏ ਨਾ ਕਿ ਇੱਕ ਪਾਸੇ ਤੁਸੀਂ ਸਖਤੀ ਨਹੀਂ ਕਰ ਰਹੇ ਔਰ ਜਿਹੜਾ ਆਮ ਬੰਦਾ ਵਿਚਾਰਾ ਸਕੂਟਰ ਤੇ ਜਾਂਦਾ ਵੀ ਡਰਦਾ। ਉੱਥੇ ਵਿਜੇਪਾਲ ਜੀ ਮੈਂ ਆ ਰਿਹਾ ਸੀ
ਤੁਸੀਂ ਵਿੱਚ ਗੱਲ ਚੱਲ ਜੀ। ਕਿਉਂਕਿ ਜੇ ਅਸੀਂ ਕਹਿੰਦੇ ਆ ਵਿਰੋਧੀ ਪਾਰਟੀਆਂ ਸਿਆਣੀਆਂ ਹੋਣ ਆਪਣੇ ਆਪ ਹੀ ਬੰਦ ਕਰ ਦੇਣ। ਕਾਂਗਰਸ ਪਾਰਟੀ ਨੇ ਵੀ ਕੋਈ ਰੈਲੀ ਨਹੀਂ ਰੱਖੀ, ਕੋਈ ਕਰਨਾ ਨਹੀਂ, ਅਸੀਂ ਵੀ ਕਰ ਸਕਦੇ ਹਾਂ। ਇਲੈਕਸ਼ਨ ਈਅਰ ਆ, ਸਾਰੇ ਨੇ ਇਲੈਕਸ਼ਨ ਲੜਨੀ ਆ, ਅਸੀਂ ਗਵਰਨਮੈਂਟ ਨੇ ਵੀ ਲੜਨੀ ਆ, ਤੇ ਵਿਰੋਧੀ ਪਾਰਟੀਆਂ ਉਹ ਆਪਣੇ ਆਪ ਹੀ ਸਿਆਣਪ ਵਰਤਣ। ਕਿਉਂਕਿ ਇਲੈਕਸ਼ਨ ਈਅਰ ਕਰਕੇ ਅੱਜ ਜੇ ਕਿਸੇ ਨਾਲ ਰੈਲੀ ਦੇ ਪੱਧਰ ਤੇ ਸਖਤੀ ਕਰਾਂਗੇ ਤਾਂ ਉਹਦਾ ਵਿਰੋਧ ਬਿਲਕੁਲ ਹੋਣਾ ਤਾਂ ਲਾਜ਼ਮੀ ਆ, ਪਰ ਉਲਟਾ ਸਰਕਾਰ ਤੇ ਉਹ ਵੀ ਸਰਕਾਰ ਸਾਨੂੰ ਕਰਨ ਨਹੀਂ ਦੇ ਰਹੀ, ਲੋਕਾਂ ਨੂੰ ਭੜਕਾਉਣਗੇ। ਕਿਉਂਕਿ ਸਾਡਾ ਜਿਹੜਾ ਸਟੇਟ ਆ ਇਹ ਜਜ਼ਬਾਤੀ ਸਟੇਟ ਆ, ਸਾਡੇ ਲੋਕ ਬੜੇ ਜਜ਼ਬਾਤੀ ਨੇ, ਜਜ਼ਬਾਤ 'ਚ ਆ ਕੇ ਪਤਾ ਨਹੀਂ ਕਿੱਧਰ ਨੂੰ ਮੂੰਹ ਮਹਾਂਦਰਾ ਲੈ ਲੈਣ ਗੱਲ ਦਾ। ਇਸ ਕਰਕੇ ਕੈਪਟਨ ਅਮਰਿੰਦਰ ਸਿੰਘ ਨੇ ਅਪੀਲ ਕੀਤੀ ਹੈ ਵੀ ਉਹ ਤੇ ਗੌਰ ਫਰਮਾਇਆ ਜਾਵੇ। ਨਾਲ ਦੀ ਨਾਲ ਜਿਹੜਾ ਕਰੋਨਾ ਦਾ ਦੌਰ ਆ ਨਾ, ਇਹ ਕੁਝ ਸਮੇਂ ਲਈ ਥੰਮਿਆ ਤੇ ਦੁਬਾਰਾ ਹੁਣ ਪੰਜਾਬ ਜਿਹੜਾ ਪ੍ਰਕੋਪ ਆਇਆ, ਇਹ ਤੋਂ ਬਚਣ ਲਈ ਇਹੀ ਸਰਕਾਰ ਦੀ ਅਪੀਲ ਆ ਵੀ ਸਹੀ ਬੰਦ ਤਰੀਕੇ ਨਾਲ, ਡਰਨ ਦੀ ਵੀ ਲੋੜ ਨਹੀਂ। ਇਹਨੂੰ ਅਸੀਂ ਤਰੀਕੇ ਨਾਲ, ਜੇ ਕੋਈ ਸਿੰਪਟਮ ਦਿਖਦੇ ਨੇ ਜਾਂ ਕੁਝ ਦਿਖਦਾ, ਉਹ ਸਰਕਾਰੀ ਹਸਪੀਟਲ ਜਾਓ। ਲੋਕਾਂ ਦੇ ਮਨਾਂ 'ਚ ਇਹ ਸੀ ਵੀ ਸਰਕਾਰੀ ਹਸਪੀਟਲ ਜਾਵਾਂਗੇ, ਪਤਾ ਨਹੀਂ ਕੀ ਕੁਝ ਨਹੀਂ ਹੁੰਦਾ, ਇਹਦੀ ਚੈੱਕਅਪ ਕਰਾਓ। ਰੋਜ਼ 35,000 ਚੈੱਕਅਪ ਹੋ ਰਿਹਾ। ਆਪਾਂ ਹੁਣੇ ਲੱਖਾ ਜੀ ਇਸ ਗੱਲ ਤੇ ਕੁਲਤਾਰ ਸਿੰਘ ਸੰਧਵਾ ਜੁੜ ਗਏ ਨੇ ਸਾਡੇ ਨਾਲ, ਆਮ ਆਦਮੀ ਪਾਰਟੀ ਤੋਂ। ਰਵਿੰਦਰ ਅਰੋੜਾ ਜੀ ਜੁੜ ਗਏ ਨੇ ਬੀਜੇਪੀ ਤੋਂ। ਇੱਕ ਰਿਐਕਸ਼ਨ ਮੈਂ ਜ਼ਰੂਰ ਲਵਾਂਗਾ। ਸੰਧਵਾ ਸਾਹਿਬ, ਤੁਹਾਡਾ ਰਿਐਕਸ਼ਨ ਸਭ ਤੋਂ ਇੰਪੋਰਟੈਂਟ ਹੈ। ਮੈਂ ਸਵਾਲ ਲੱਖਾ ਜੀ ਨੂੰ ਇਹ ਪੁੱਛ ਰਿਹਾ ਸੀਗਾ ਕਿ ਸਰਕਾਰ ਇੱਕ ਪਾਸੇ ਤਾਂ ਸਖਤੀ ਲਾਗੂ ਕਰਦੀ ਹੈ ਕਿ ਜੇ ਇੱਕ ਵੀ ਬੰਦਾ ਐਸਾ ਦਿਸ ਗਿਆ ਸੜਕ ਤੇ ਜਿਹਨੇ ਮਾਸਕ ਨਹੀਂ ਪਾਇਆ, ਉਹਨੂੰ ਫੜ ਕੇ ਸਿੱਧਾ ਟੈਸਟ ਕਰਵਾਉਣ ਲਿਜਾਇਆ ਜਾਊਗਾ, ਉਹਦਾ RT-PCR ਟੈਸਟ ਕਰਾਇਆ ਜਾਊਗਾ ਕਰੋਨਾ ਦਾ। ਇੱਕ ਪਾਸੇ ਆਮ ਆਦਮੀ ਪਾਰਟੀ ਨੇ ਰੈਲੀ ਰੱਖੀ ਹੈ ਔਰ ਉਧਰ ਸਰਕਾਰ ਅਪੀਲ ਕਰ ਰਹੀ ਹੈ। ਲੱਖਾ ਜੀ ਹੁਣੇ ਕਹਿ ਰਹੇ ਸੀ ਵੀ ਜੇ ਅਸੀਂ ਸਖਤੀ ਕਰਾਂਗੇ ਤਾਂ ਕੱਲ ਨੂੰ ਵਿਰੋਧੀ ਪਾਰਟੀਆਂ ਸਾਡੇ ਤੇ ਇਲਜ਼ਾਮ ਲਾਉਣਗੀਆਂ ਵੀ ਡਰਦੇ ਹੋਏ ਇਹ ਕਰਤਾ ਰੂਲ। ਤਾਂ ਫਿਰ ਕੀ ਤੁਸੀਂ ਸਮਝਦੇ ਹੋ ਸੰਧਵਾ ਜੀ ਕਿ ਸਾਰਿਆਂ ਲਈ ਇੱਕੋ ਹੋਣੇ ਚਾਹੀਦੇ ਆ? ਜੇ ਸਖਤੀ ਕਿਸੇ ਘਰੇ ਬੈਠੇ ਬੰਦੇ ਤੇ ਹੈ ਜਿਹਨੂੰ ਕਿਹਾ ਜਾ ਰਿਹਾ ਕਿ ਤੇਰੇ ਘਰੇ 10 ਰਿਸ਼ਤੇਦਾਰ ਨਹੀਂ ਹੋਣੇ ਚਾਹੀਦੇ, ਫਿਰ ਜੇ ਦੂਜੇ ਪਾਸੇ ਰੈਲੀ ਦੇ ਵਿੱਚ ਕੋਈ 10-20 ਹਜ਼ਾਰ ਬੰਦਾ ਆਊਗਾ ਤਾਂ ਫਿਰ ਉਹ ਲੋਕ ਉਹਨੂੰ ਕਿਸ ਹਿਸਾਬ ਨਾਲ ਲੈਣ? ਤੁਸੀਂ ਕਿਵੇਂ ਦੇਖਦੇ ਹੋ ਨਿੱਜੀ ਤੌਰ ਤੇ ਵੀ ਤੇ ਸੰਧਵਾ ਸਾਹਿਬ? ਦੇਖੋ ਜੀ, ਆਮ ਆਦਮੀ ਪਾਰਟੀ ਇੱਕ ਜ਼ਿੰਮੇਵਾਰ ਪੜ੍ਹੇ ਲਿਖੇ ਲੋਕਾਂ ਦੀ ਪਾਰਟੀ ਹੈ, ਇੱਕ IITF ਜਿਹਨੇ ਇਹ ਦੱਸ ਦਿੱਤਾ ਵੀ ਕੱਲੇ ਲਾਰੇ ਲਾਉਣੇ, ਰੇਤਾ ਖਾਣਾ, ਟਰਾਂਸਪੋਰਟ ਮਾਫੀਆ ਚਲਾਉਣਾ ਇਹ ਲੀਡਰਾਂ ਦਾ ਕੰਮ ਨਹੀਂ। ਲੀਡਰ ਪੋਲੀਟੀਸ਼ੀਅਨ ਵਾਅਦੇ ਕਰਕੇ ਪੂਰੇ ਵੀ ਕਰਦੇ ਆ। ਸੋ ਉਹ ਪਾਰਟੀ ਆਮ ਆਦਮੀ ਪਾਰਟੀ। ਸੋ ਅਸੀਂ ਜਿਹੜੀ ਰੈਲੀ ਕਰਨ ਜਾ ਰਹੇ ਹਾਂ, ਅਸੀਂ ਉਹਦੀ ਪਰਮਿਸ਼ਨ ਪ੍ਰੋਪਰ ਲਈ ਆ ਔਰ COVID-19 ਦੀਆਂ ਜਿੰਨੀਆਂ ਵੀ ਸਾਡੀਆਂ ਗਾਈਡਲਾਈਨ ਦਾ ਪ੍ਰੋਪਰ ਉੱਥੇ ਮਾਸਕ ਹੋਏਗਾ, ਸੈਨੀਟਾਈਜ਼ਰ ਹੋਏਗਾ। ਅਸੀਂ ਸਾਰੇ ਜਿਹੜੇ ਉੱਥੇ MLA ਜਾਣਗੇ ਜਾਂ ਅਰਵਿੰਦ ਕੇਜਰੀਵਾਲ ਜੀ ਜਾਣਗੇ, ਅਸੀਂ ਆਪਦੀਆਂ ਰਿਪੋਰਟਾਂ ਜਿਹੜੀਆਂ ਨੈਗੇਟਿਵ ਵਾਲੀਆਂ ਰਿਪੋਰਟਾਂ ਲੈ ਕੇ ਜਾਵਾਂਗੇ। ਅਗਲੀ ਗੱਲ ਇਹਨਾਂ ਨੂੰ ਨਹੀਂ, ਪਰ ਤੁਸੀਂ ਇੱਕ ਮਿੰਟ ਸੰਧਵਾ ਸਾਹਿਬ, ਤੁਸੀਂ ਇਹ ਅਸ਼ੋਰ ਕਰ ਪਾਓਗੇ? ਸੋਸ਼ਲ ਡਿਸਟੈਂਸਿੰਗ ਤੇ ਰੈਲੀਆਂ ਦੇ ਵਿੱਚ ਕੋਈ ਵੀ ਅਸ਼ੋਰ ਨਹੀਂ ਕਰ ਪਾਉਂਦਾ, ਕਿਵੇਂ ਹੋਏਗੀ? ਤੁਸੀਂ ਦੱਸ ਦਿਓ। ਚਲੋ, ਜਿਵੇਂ ਮੋਦੀ ਸਾਹਿਬ ਉੱਥੇ ਕਰੀ ਜਾਂਦੇ ਆ ਜੀ ਬੰਗਾਲ ਦੇ। ਸਵਾਲ ਤੇ ਫਿਰ ਉਹੀ ਹੈ, ਸਵਾਲ ਤੇ ਫਿਰ ਉਹੀ ਆ ਗਿਆ। ਬੀਜੇਪੀ ਤੋਂ ਵੀ ਇਹੀ ਸਵਾਲ ਹੈ ਵੀ ਜਿਹੜੀ ਰੈਲੀ ਹੈ, ਰੈਲੀ ਦੇ ਵਿੱਚ ਕਰੋਨਾ ਕਿਉਂ ਨਹੀਂ ਹੁੰਦਾ? ਕੱਲ ਭਗਵੰਤ ਮਾਨ ਕਹਿ ਰਹੇ ਸੀ ਵੀ 11 ਵਜੇ ਤੋਂ ਬਾਅਦ ਕਰੋਨਾ ਕਿੱਥੇ ਚਲਾ ਜਾਂਦਾ ਹੈ ਰਾਤ ਨੂੰ। ਚਲੋ, ਜੇ ਦਿਨ ਵੇਲੇ ਵੀ ਫਿਰ ਉਹਦਾ ਸੰਦਰਭ ਇਹ ਵੀ ਕੱਢ ਲਈਏ ਵੀ ਜੇ ਰਾਤ ਨੂੰ 11 ਵਜੇ ਤੇ ਸਵਾਲ ਚੱਕੇ ਜਾਂਦੇ ਆ ਤਾਂ ਫਿਰ ਦਿਨੇ ਵੀ ਲੋਕਡਾਊਨ ਲਾ ਦਿਓ ਜਿਵੇਂ ਪਹਿਲਾਂ ਚੱਲੀ ਜਾਂਦਾ ਸੀ ਸਭ ਕੁਝ। ਫਿਰ ਲੋਕ ਫਿਰ ਮਰ ਜਾਣਗੇ ਕਾਰੋਬਾਰ ਬੰਦ ਹੋ ਕੇ, ਕਿ ਚਲੋ ਘੱਟੋ ਘੱਟ ਰਾਤ ਨੂੰ ਨਾ ਨਿਕਲ। ਜੀ ਵਿਜੇਪਾਲ ਜੀ, ਸਿਰਫ ਇੰਨੀ ਕੀ ਗੱਲ ਹੀ ਕਹਿਣਾ ਚਾਹੁੰਦਾ, ਤੁਸੀਂ ਮੇਰੇ ਵਾਲੀ ਗੱਲ ਹੀ ਕਰ ਰਹੇ ਜਿਹੜੀ ਮੈਂ ਕਰਨੀ ਆ ਜੀ। ਇਹ ਲੋਕ ਰਜਵਾੜੇ ਲੋਕ ਨੇ, ਇਹਨਾਂ ਨੂੰ ਪਤਾ ਨਹੀਂ ਗਰੀਬ ਦੇ ਚੁੱਲ੍ਹੇ 'ਚ ਅੱਗ ਕਿਵੇਂ ਵੱਜਦੀ ਆ। ਇਹਨਾਂ ਨੂੰ ਪਤਾ ਨਹੀਂ ਕਿੰਨੇ ਲੋਕਾਂ ਨੂੰ ਇਹਨਾਂ ਦੇ ਜਿਹੜੇ ਅਨਪਲਾਨਡ ਜਿਹੜੇ ਲਾਕਡਾਊਨ ਸੀ ਉਹਨਾਂ ਨਾਲ ਬੇਘਰ ਕਰਤਾ, ਕਾਰੋਬਾਰ ਠੱਪ ਕਰਦੇ। ਕਿੰਨੇ ਹਲਵਾਈ ਵਿਚਾਰੇ, ਕਿੰਨੇ ਵੇਟਰ ਵਿਚਾਰੇ, ਕੀ ਕੁਛ ਮਤਲਬ ਸਾਈਕਲ ਰਿਪੇਅਰ ਕਰਨ ਵਾਲੇ, ਮਤਲਬ ਦਿਹਾੜੀ ਕਰਨ ਵਾਲੇ, ਪੇਂਟਰ, ਕਿੰਨੇ ਮਤਲਬ ਹੋ ਗਏ। ਤੁਸੀਂ ਦੇਖੋ ਰੋਟੀ ਦਾ ਬਾਜ਼ਾਰ ਹੋ ਗਏ। ਬੱਚਿਆਂ ਦਾ ਬੁਰਾ ਹਾਲ ਕਰਦਾ, ਪੜ੍ਹਾਈ ਦਾ ਬੁਰਾ ਹਾਲ ਕਰਦਾ। ਇਹ ਔਰ ਹੁਣ ਵਾਲਾ ਜਿਹੜਾ ਇਹਨਾਂ ਦਾ ਕੰਮ ਹੈ ਨਾ, ਇਹ ਕਾਰਾ ਹੈਗਾ। ਤੁਸੀਂ ਬਾਕੀ ਇਹ ਸਰਕਾਰ ਤੋਂ ਸਵਾਲ ਮੈਂ ਪੁੱਛਦਾ, ਸਰਕਾਰ ਤੋਂ ਸਵਾਲ ਮੈਂ ਪੁੱਛਦਾ, ਤੁਸੀਂ ਮੈਨੂੰ ਇਸ ਗੱਲ ਦਾ ਜਵਾਬ ਦੇ ਦਿਓ ਕਿ ਰੈਲੀ 'ਚ ਕਿੰਨੇ ਬੰਦੇ ਆਉਣਗੇ, ਅੰਦਾਜ਼ਾ ਕਿੰਨਾ ਹੈ? ਦੇਖੋ ਜੀ, ਰੈਲੀ ਦੇ ਵਿੱਚ ਪੂਰੀ ਭਰਮੀ ਰੈਲੀ ਹੋਏਗੀ ਔਰ ਆਪਦਾ ਹਰੇਕ ਬੰਦਾ ਸੈਨੀਟਾਈਜ਼ਰ ਮਾਸਕ ਵਗੈਰਾ ਲਾ ਕੇ ਕੋਈ ਆંકੜੇ ਦੀ ਕੈਲਕੂਲੇਸ਼ਨ ਹੈਗੀ ਹੈ? ਕੋਈ 10,000 20,000 50,000 70,000 ਕਿੰਨੀ ਕੁ ਕੈਲਕੂਲੇਸ਼ਨ ਕਰਦੇ ਹੋ ਤੁਸੀਂ ਕਿ ਕਿੰਨਾ ਬੰਦਾ ਆ ਸਕਦਾ? ਇਹ ਤਾਂ ਹੁਣ ਪੰਜਾਬ ਨੂੰ ਪਤਾ ਜੀ, ਸਾਰੇ ਦੁਖੀ ਕਰਤੇ ਇਹਨਾਂ ਨੇ। ਮੈਂ ਇਹਨਾਂ ਨੂੰ ਇਹ ਪੁੱਛਣਾ ਵੀ ਤੁਸੀਂ ਕਿਸਾਨ ਅੰਦੋਲਨ ਨੂੰ ਤਾਰਪੀਡੋ ਕਰਨ ਵਾਸਤੇ ਕਰ ਰਹੇ ਹੋ। ਦਿੱਲੀ 6 ਮਹੀਨੇ ਹੋ ਗਏ ਬੈਠੇ ਨੂੰ, ਉੱਥੇ ਤਾਂ ਕਿਸੇ ਨੂੰ ਕਰੋਨਾ ਹੋਇਆ ਨਹੀਂ।
ਇਹ ਸਿਰਫ ਇੱਕ ਕੁੰਝੀਆਂ ਚੱਲ ਹੈ। ਉਹੀ ਸਵਾਲ ਇਹ ਮੋਦੀ ਠੀਕ ਹੈ, ਦੇ ਚਲੋ ਮੈਂ ਨਾਲ ਬੀਜੇਪੀ ਰਲੇ ਤੋਂ ਹੋਏ ਵੀ ਤੁਸੀਂ ਜ਼ਿਕਰ ਕੀਤਾ, ਰਵਿੰਦਰ ਅਰੋੜਾ ਜੀ ਜੁੜੇ ਨੇ, ਬੀਜੇਪੀ ਤੋਂ ਵੀ ਇੱਕ ਜਵਾਬ ਲੈ ਲਈਏ। ਸਰ ਬੜਾ ਸਿੱਧਾ ਜਿਹਾ ਸਵਾਲ ਹੈ ਅਰੋੜਾ ਸਾਹਿਬ ਕਿ ਸਿਆਸੀ ਰੈਲੀਆਂ ਦੇ ਵਿੱਚ ਕਰੋਨਾ ਨਹੀਂ ਹੁੰਦਾ ਔਰ ਆਮ ਬੰਦੇ ਨੂੰ ਜਿਹੜਾ ਹੈ ਉਹਨਾਂ ਨੂੰ ਤਾਂ ਜੇ ਮਾਸਕ ਵੀ ਨਹੀਂ ਪਾਇਆ ਤਾਂ ਫੜ ਕੇ ਹਸਪਤਾਲ ਲਿਜਾਇਆ ਜਾਊਗਾ, ਉਹਦਾ ਟੈਸਟ ਕਰਵਾਏ ਜਾਣਗੇ, ਉਹਨਾਂ ਦੇ ਹਜ਼ਾਰ ਰੁਪਏ ਦੇ ਚਲਾਨ ਕੱਟੇ ਜਾਣਗੇ। ਸੋ ਇਹ ਸਿਆਸੀ ਕਰੋਨਾ ਦੀ ਪਰਿਭਾਸ਼ਾ ਨਹੀਂ ਥੋੜੀ ਸਮਝ ਆ ਰਹੀ, ਜੇ ਤੁਸੀਂ ਸ਼ਾਇਦ ਸਮਝਾ ਪਾਓ ਤਾਂ। ਸਭ ਤੋਂ ਪਹਿਲਾਂ ਨਿਊਜ਼ 18 ਦੇ ਸਾਰੇ ਦਰਸ਼ਕਾਂ ਨੂੰ, ਸਾਰੇ ਪੈਨਲਿਸਟ ਨੂੰ ਮੇਰੇ ਵੱਲੋਂ ਨਮਸਕਾਰ, ਸਤਿ ਸ੍ਰੀ ਅਕਾਲ। ਦੂਸਰੀ ਗੱਲ ਜਿਹੜੀ ਤੁਸੀਂ ਬਰਾੜ ਸਾਹਿਬ ਗੱਲ ਕਹੀ ਹੈ, ਬੜੀ ਮਹੱਤਵਪੂਰਨ ਗੱਲ ਤੁਸੀਂ ਚੱਕੀ ਹੈ ਜੀ ਕਿ ਇਹ ਕਰੋਨਾ ਦਾ ਸਿਆਸੀਕਰਨ ਕੀਤਾ ਜਾ ਰਿਹਾ। ਇਹ ਕਰੋਨਾ ਦਾ ਸਿਆਸੀਕਰਨ ਨਹੀਂ ਹੋਣਾ ਚਾਹੀਦਾ। ਮੈਂ ਪਿਛਲੀ ਇੱਕ ਡਿਬੇਟ ਦੇ ਮੈਂ ਵਿੱਚ ਉਹਦੇ ਬੈਠਾ ਸੀ, ਲਈ ਉੱਥੇ ਮੈਂ ਉਹਦੇ ਅਕਾਲੀ ਚ ਦਲ ਦੇ- ਅਰੋੜਾ ਸਾਹਿਬ ਕਿਸੇ ਇੱਕ ਪਾਰਟੀ ਨੂੰ ਨਹੀਂ ਕਹਿ ਰਿਹਾ, ਮੈਂ ਸਾਰੀਆਂ ਪਾਰਟੀਆਂ ਤੋਂ ਸਵਾਲ ਪੁੱਛ ਰਿਹਾ। ਉਹਦੇ ਚ ਆਮ ਆਦਮੀ ਪਾਰਟੀ ਵੀ ਹੈ, ਉਹਦੇ ਚ ਅਕਾਲੀ ਦਲ ਵੀ ਹੈ, ਉਹਦੇ ਚ ਕਾਂਗਰਸ ਪਾਰਟੀ ਵੀ ਹੈ, ਉਹਦੇ ਚ ਬੀਜੇਪੀ ਵੀ ਹੈ। ਮੈਂ ਆਈ ਐਗਰੀ ਵਿਦ ਯੂ ਜੀ ਮੈਂ ਉਹੀ ਗੱਲ ਤੁਹਾਨੂੰ ਕਹਿ ਰਿਹਾ ਕਿ ਪਿਛਲੀ ਮੀਟਿੰਗ ਇੱਕ ਡਿਬੇਟ ਦੇ ਵਿੱਚ ਅਕਾਲੀ ਦਲ ਦੇ ਪ੍ਰਵਕਤਾ ਧਾਰਮੀ ਸਾਹਿਬ ਕਹਿ ਰਹੇ ਸੀ ਕਿ ਕਰੋਨਾ ਹੈ ਨਹੀਂ, ਅੱਜ ਸੰਧਵਾ ਸਾਹਿਬ ਨੇ ਕਹਿਤਾ ਕਰੋਨਾ ਹੈ ਨਹੀਂ। ਪਹਿਲੀ ਗੱਲ ਤਾਂ ਸਾਨੂੰ ਇਹਨੂੰ ਪੋਲੀਟੀਕਲ ਚਸ਼ਮੇ ਨਾਲ ਦੇਖਣਾ ਬੰਦ ਕਰਨਾ ਪਏਗਾ। ਰੈਲੀਆਂ ਦੇ ਵਿੱਚ ਘੱਟ ਹੋਵੇ ਵੱਧ ਹੋਵੇ, ਉਹ ਨਹੀਂ ਹੋਣਾ ਚਾਹੀਦੀਆਂ ਰੈਲੀਆਂ ਜਦ ਤੱਕ ਇਹ ਕਰੋਨਾ ਦੇ ਪਹਿਲਾਂ ਅਸੀਂ ਲੋਕਾਂ ਦੀ ਜਾਨ ਨੂੰ ਸੁਰੱਖਿਅਤ ਨਹੀਂ ਕਰ ਦਿੰਦੇ, ਭਾਵੇਂ ਉਹ ਕੋਈ ਹੋਵੇ। ਮੈਂ ਆਪਣੀ ਪਾਰਟੀ ਨੂੰ ਵਿੱਚ ਸ਼ਾਮਲ ਕਰਕੇ ਗੱਲ ਕਰ ਰਿਹਾ, ਮੈਂ ਉਸ ਤੋਂ ਬਾਅਦ ਦੀ ਗੱਲ ਨਹੀਂ ਕਰ ਰਿਹਾ। ਲੇਕਿਨ ਜਦੋਂ ਵਿਰੋਧੀ ਪਾਰਟੀ ਨੂੰ ਕਰਦੀਆਂ ਜੇ ਹੁਣ ਇੱਥੇ ਮੈਂ ਸਰਕਾਰੀ ਜ਼ਿੰਮੇਵਾਰੀ ਦੀ ਗੱਲ ਕਰਾਂ, ਸਭ ਤੋਂ ਪਹਿਲਾਂ ਯੂਪੀ ਦਾ ਕਰੋਨਾ ਐਕਚੁਅਲੀ ਸਿੱਧਾ ਜਵਾਬ ਕੋਈ ਵੀ ਨਹੀਂ ਦੇ ਰਿਹਾ। ਡਾਕਟਰ ਸੁੱਖੀ, ਅਗਰ ਤੁਸੀਂ ਸੁਣ ਪਾ ਰਹੇ ਹੋ ਤਾਂ ਪਿਛਲੇ ਦਿਨੀ ਅਕਾਲੀ ਦਲ ਨੇ ਵੀ ਲਗਾਤਾਰ ਰੈਲੀਆਂ ਕੀਤੀਆਂ ਨੇ। ਸੋ ਸਵਾਲ ਸਾਰਿਆਂ ਤੋਂ ਹੀ ਨੇ, ਕਿਉਂਕਿ ਸੱਤਾਧਾਰੀ ਧਿਰ ਨੇ ਤਾਂ ਇੰਪਲੀਮੈਂਟ ਕਰਨਾ ਹੁੰਦਾ। ਅੱਜ ਰੂਲਸ ਫਰੇਮ ਕਰਤੇ ਤਾਂ ਉਹਨਾਂ ਨੇ ਤਾਂ ਸਭ ਤੋਂ ਪਹਿਲਾਂ ਇਹ ਗੱਲ ਕਹਿਣੀ ਪਈ ਵੀ ਅਸੀਂ ਤਾਂ 2 ਹਫ਼ਤੇ ਲਈ ਕੋਈ ਪ੍ਰੋਗਰਾਮ ਹੈ ਨਹੀਂ, ਅਸੀਂ ਤਾਂ ਸਾਰੇ ਕਰਤੇ ਰੱਦ। ਸੋ ਸਵਾਲ ਸਾਰਿਆਂ ਤੋਂ ਆ ਜਾਂਦੇ ਆ ਕਿ ਰੈਲੀਆਂ ਦੇ ਵਿੱਚ ਬੁਲਾਇਆ ਤਾਂ ਲੋਕਾਂ ਨੂੰ ਹੀ ਜਾਂਦਾ, ਉਹਨਾਂ ਨੇ ਬੱਸਾਂ 'ਚ ਚੜ੍ਹ ਕੇ ਆਉਣਾ ਹੈ, ਉਹਨਾਂ ਨੇ ਆਪਦੇ ਵਾਹਨ ਲੈ ਕੇ ਆਉਣਾ ਹੈ। ਕਿਵੇਂ ਤੁਸੀਂ ਅਸ਼ੋਰ ਕਰੋਗੇ? ਸੰਧਵਾ ਸਾਹਿਬ ਤਾਂ ਗਿਣਤੀ ਨਹੀਂ ਦੱਸ ਰਹੇ ਵੀ ਗਿਣਤੀ ਕਿੰਨੀ ਹੋਣੀ ਹੈ, ਪਰ ਸਵਾਲ ਤਾਂ ਇਹ ਵੀ ਹੈ ਡਾਕਟਰ ਸੁੱਖੀ। ਪਾਲ ਜੀ ਗੱਲ ਦੇਖੋ, ਅਕਾਲੀ ਦਲ ਇਸ ਗੱਲ ਲਈ ਸਦਾ ਹੀ ਖੜਿਆ ਕਿ ਲੋਕ ਜਿਹੜੇ ਆ ਉਹ ਉਹਨਾਂ ਤੰਦਰੁਸਤ ਹੋਣੇ ਚਾਹੀਦੇ, ਉਹਨਾਂ ਨੂੰ ਕਿਸੇ ਵੀ ਬਿਮਾਰੀ ਦਾ ਕਦੀ ਵੀ ਕਿਸੇ ਪੱਖੋਂ ਵੀ ਖਤਰਾ ਨਹੀਂ ਹੋਣਾ ਚਾਹੀਦਾ। ਔਰ ਜਦੋਂ ਅਸੀਂ ਮਲੋਟ ਔਰ ਬਲਟੋਹਾ ਦੇ ਵਿੱਚ ਜੋ ਅਸੀਂ ਰੈਲੀਆਂ ਕੀਤੀਆਂ, ਉਸ ਵੇਲੇ ਸਰਕਾਰ ਵੱਲੋਂ ਕੋਈ ਇਸ ਤਰ੍ਹਾਂ ਦੀ ਪਾਬੰਦੀ ਨਹੀਂ ਸੀ। ਇਹਨਾਂ ਦੇ ਆਪਣੇ ਸਰਕਾਰੀ ਪੱਖ ਤੇ ਜਿੰਨੇ ਵੀ ਫੰਕਸ਼ਨ ਲਾ ਲਓ, ਈਵਨ ਕਹਿੰਦਾ ਮਤਲਬ ਇਹਨਾਂ ਦੇ ਜਿਹੜੇ ਆਪਣੇ ਪਰਸਨਲ ਪ੍ਰੋਗਰਾਮ ਨੇ, ਇੱਥੋਂ ਤੱਕ ਕਿ ਜੇ ਕਿਸੇ ਸਕੂਲ 'ਚ ਜਾਂਦੇ ਆ, ਇਹਨਾਂ ਨੇ ਕਿਸੇ ਚੀਜ਼ ਦਾ ਉਦਘਾਟਨ ਕਰਨਾ ਹੁੰਦਾ, ਇਹ ਕਦੀ ਵੀ ਲੋਕਾਂ ਤੱਕ ਇਹ ਮੈਸੇਜ ਦੇਣ ਲਈ ਕਾਮਯਾਬ ਨਹੀਂ ਹੋਏ ਕਿ ਸਰਕਾਰ ਆ ਚਾਹੁੰਦੀ ਆ। ਜਦੋਂ ਸਰਕਾਰ ਆਪ ਨਹੀਂ ਚਾਹੁੰਦੀ ਤਾਂ ਲੋਕ ਕੀ ਕਰਨ? ਮੈਂ ਇਹ ਗੱਲ ਕਹਿਣੀ ਚਾਹੁੰਦਾ, ਪੋਲੀਟੀਕਲ ਪਾਰਟੀ ਕੋਈ ਵੀ ਹੋਵੇ, ਸਾਨੂੰ ਲੋਕਾਂ ਦੀ ਜਾਨ ਮਾਨ ਦਾ ਜੋ ਵੀ ਪੈਮਾਨਾ ਹੋਵੇ, ਸਾਨੂੰ ਉਹਦੇ ਤੇ ਖੜਨਾ ਚਾਹੀਦਾ। ਔਰ ਅਕਾਲੀ ਦਲ ਤੇ ਖੜਾ ਆ, ਔਰ ਇਸੇ ਕਰਕੇ ਸਰਦਾਰ ਸੁਖਬੀਰ ਸਿੰਘ ਬਾਦਲ, ਤੁਸੀਂ ਤੇ ਡਾਕਟਰ ਹੋ, ਤੁਸੀਂ ਤੇ ਇਸ ਚੀਜ਼ ਨੂੰ ਸਮਝਦੇ ਹੋ ਵੀ ਪਹਿਲਾਂ ਜਿੰਨੀ ਗੰਭੀਰਤਾ ਕਰੋਨਾ ਨੂੰ ਲੈ ਕੇ ਨਹੀਂ ਰਹੀ ਹੈ, ਚਾਹੇ ਪੋਲੀਟੀਕਲ ਕਲਾਸ ਹੋਵੇ ਤੇ ਚਾਹੇ ਆਮ ਲੋਕ। ਅੱਜ ਤੱਕ ਜਦੋਂ ਦੇਖੋ, ਮੈਂ ਉਸ ਹਲਕੇ ਨੂੰ ਬਿਲੋਂਗ ਕਰਦਾ ਜਿੱਥੇ ਸਭ ਤੋਂ ਪਹਿਲੀ ਡੈਥ ਜਥੇਦਾਰ ਬਲਦੇਵ ਸਿੰਘ ਹੁਣਾਂ ਦੀ ਪਿੰਡ ਪਠਲਾਵਾ ਤੋਂ ਮੇਰੇ ਬੰਗੇ ਹਲਕੇ ਚ ਹੋਈ ਸੀ। ਜਿੰਨੀ ਪੀੜਾ ਅਸੀਂ ਸਹੀ ਹੈ, ਜਿੰਨਾ ਦਰਦ ਸਾਨੂੰ ਲੱਗਿਆ, ਸਭ ਤੋਂ ਪਹਿਲੇ ਕੇਸ ਜਿਹੜੇ 18-19 ਕੇਸ ਮੇਰੇ ਆਪਣੇ ਹਲਕੇ ਚੋਂ ਆਏ ਸੀ। ਜਿਸ ਤਰ੍ਹਾਂ ਦਾ ਮਾਹੌਲ, ਜਿਸ ਤਰ੍ਹਾਂ ਡਰ, ਜਿਸ ਤਰ੍ਹਾਂ ਸਹਿਮ ਮੇਰੇ ਹਲਕੇ ਸੀ, ਸ਼ਾਇਦ ਦੂਜੇ ਲੋਕਾਂ ਨੇ ਨਹੀਂ ਦੇਖਿਆ। ਮੈਂ ਇਸ ਗੱਲ ਦੀ ਸਦਾ ਹੀ ਇਹ ਸਰਕਾਰ ਦੀ ਪਹਿਲ ਕਦਮੀ ਤੇ ਸਦਾ ਹੀ ਮੋਹਰ ਲਾਈ ਹੈ ਕਿ ਤੁਸੀਂ ਦਿਲੋਂ ਲੋਕਾਂ ਨੂੰ ਸਮਝਾਓ ਕਿ ਅਸੀਂ ਕਿਸ ਤਰ੍ਹਾਂ ਇਸ ਮਹਾਮਾਰੀ ਤੋਂ ਬਚ ਸਕਦੇ ਹਾਂ। ਉਹਦੇ ਲਈ ਪਹਿਲਾਂ ਸਰਕਾਰ ਨੂੰ ਕਰਨਾ ਪਏਗਾ, ਕਿਉਂਕਿ ਸਰਕਾਰ ਨੇ ਲਾਕਡਾਊਨ ਕਰਤਾ। ਲਾਕਡਾਊਨ ਦੇ ਵਿੱਚ ਲਾਕਡਾਊਨ ਕਰਕੇ ਕਿਸੇ ਨੂੰ ਕੋਈ ਫੈਸਿਲਿਟੀ ਨਹੀਂ ਦਿੱਤੀ। ਕੱਲੀ ਸਰਕਾਰ ਦਾ ਫਿਰ ਆਪਾਂ ਕਹਿੰਦੇ ਆ ਲੋਕਾਂ ਨੂੰ ਸਮਝਾਓ, ਕਿਸੇ ਦੀ ਗਰਦਨ ਮਰੋੜ ਕੇ ਜਾਂ ਧੱਕੇ ਨਾਲ ਕਿਸੇ ਦੇ ਸਿਰ ਤੇ ਕੋਈ ਬੰਦੂਕ ਰੱਖ ਕੇ ਤੇ ਇਹ ਚੀਜ਼ਾਂ ਇੰਪਲੀਮੈਂਟ ਨਹੀਂ ਕਰਵਾਈਆਂ ਜਾ ਸਕਦੀਆਂ, ਕਿਉਂਕਿ ਜੇ ਕਿਸੇ ਦੀ ਸਿਹਤ ਦਾ ਮਸਲਾ ਹੈ ਤਾਂ ਹਰ ਇੱਕ ਨੂੰ ਖੁਦ ਨੂੰ ਹੀ ਜਾਗਰੂਕ ਹੋਣਾ ਪਏਗਾ।
ਇਹ ਤੇ ਤੁਸੀਂ ਐਗਰੀ ਕਰਦੇ ਹੋ ਨਾ ਵਿਜੇਪਾਲ ਸਿੰਘ ਕਦੀ ਪਰ ਉਹਦੇ ਲਈ ਵਿਜੇਪਾਲ ਜੀ ਅਸੀਂ ਕਦੀ ਵੀ ਮੌਤ ਦੇ ਮੂੰਹ 'ਚ ਪਹਿਲਾਂ ਪੋਲੀਟੀਕਲ ਪਾਰਟੀਆਂ ਵੱਲੋਂ ਜਾਏਗਾ ਫੇਰ ਹੀ ਲੋਕ ਉਸ ਚੀਜ਼ ਨੂੰ ਫੋਲੋ ਕਰਨਗੇ। ਇੱਕੋ ਬੰਦਾ ਜਿਹੜਾ ਕਾਰ ਦੇ ਵਿੱਚ 2 ਜਾਣੇ ਜਾ ਰਹੇ ਆ ਜਿਹਦਾ ਹਜ਼ਾਰ ਦਾ ਚਲਾਨ ਕੱਟਿਆ ਜਾਂਦਾ ਹੈ, ਉਹ ਸਵਾਲ ਤੇ ਕਰੇਗਾ ਵੀ ਜੇ ਸਾਨੂੰ 2002 ਜਣਿਆਂ ਨੂੰ ਹਸਬੈਂਡ ਵਾਈਫ ਦੇ ਮਾਸਕ ਨਹੀਂ ਲੱਗਿਆ ਔਰ ਕਾਰ ਦੇ ਵਿੱਚ ਬੈਠੇ ਦਾ ਚਲਾਨ ਘਟਤਾ ਦੋਨਾਂ ਦਾ, ਤੇ ਫਿਰ ਸਿਆਸੀ ਰੈਲੀਆਂ ਦੇ ਵਿੱਚ ਕਿੰਨੇ ਚਲਾਨ ਕੱਟੇ ਜਾਣਗੇ। ਮੈਂ ਲੱਖਾ ਜੀ ਤੁਸੀਂ ਅਗਰ ਮੇਰੀ ਗੱਲ ਸੁਣ ਪਾ ਰਹੇ ਹੋ ਤਾਂ ਮੈਂ ਤੁਹਾਡੇ ਤੋਂ ਬੜਾ ਸਪਸ਼ਟ ਜਵਾਬ ਚਾਹਣਾ ਹੈ। ਕੱਲ ਇੱਕ ਦਰਸ਼ਕ ਨੇ ਇੱਕ ਮੈਸੇਜ ਭੇਜਿਆ ਸੀ ਸਾਨੂੰ ਕਿ ਮੈਂ ਆਪਣੀ ਵਾਈਫ ਨਾਲ ਕਾਰ ਦੇ ਵਿੱਚ ਜਾ ਰਿਹਾ ਸੀ ਔਰ ਮਾਸਕ ਨਹੀਂ ਲੱਗਿਆ ਸੀ, ਪੁਲਿਸ ਨੇ ਫੜ ਕੇ ਦੋਨਾਂ ਦਾ ਚਲਾਨ ਕੱਟਤਾ। ਹੁਣ ਜੇ ਸਿਆਸੀ ਰੈਲੀ 'ਚ ਕੋਈ 10,000 20,000 30,000 ਬੰਦਾ ਆਉਂਦਾ ਹੈ, ਕੀ ਸਾਰਿਆਂ ਦਾ ਚਲਾਨ ਕੱਟੋਗੇ? ਔਰ ਜੇ ਮਾਸਕ ਨਹੀਂ ਲੱਗਿਆ ਤਾਂ ਕੀ ਫੜ ਕੇ ਉਹਨਾਂ ਨੂੰ ਲਿਜਾ ਕੇ ਟੈਸਟ ਕਰਾਓਗੇ ਸਾਰਿਆਂ ਦੇ? ਲੱਖਾ ਜੀ ਬਿਲਕੁਲ ਮੈਂ ਤੁਹਾਨੂੰ ਉਹੀ ਗੱਲ ਦੱਸਣਾ ਚਾਹੁੰਦਾ। ਮੇਰੇ ਪਰਮ ਮਿੱਤਰ ਨੇ ਸੰਧਵਾ ਸਾਹਿਬ, ਉਹਨਾਂ ਨੇ ਗੱਲ ਕੀਤੀ ਸੀ ਵੀ ਜਿਹੜੀ ਸਾਡੀ ਰੈਲੀ ਆ ਉਹ 'ਚ ਸਾਡੇ ਪੜ੍ਹੇ ਲਿਖੇ ਆਉਣਗੇ ਲੋਕ। ਇਟ ਮੀਨ ਪੜ੍ਹੇ ਲਿਖੇ ਨੂੰ ਕਰੋਨਾ ਹੈ ਨਹੀਂ, ਅਨਪੜ੍ਹ ਨੂੰ ਕਰੋਨਾ। ਪਹਿਲਾ ਪੁਆਇੰਟ ਤਾਂ ਇਹ ਵੀ ਜਿਵੇਂ ਸੰਧਵਾ ਸਾਹਿਬ ਨੇ ਕਿਹਾ ਵੀ ਪੜ੍ਹੇ ਲਿਖਿਆਂ ਦੀ ਪਾਰਟੀ ਆ, ਪੜ੍ਹੇ ਲਿਖੇ ਲੋਕ ਆਉਣਗੇ। ਇਹਦੇ 'ਚ ਸਿਆਸਤ ਕਰਨ ਦੀ ਬਜਾਏ ਮੇਰੀ ਗੁਜ਼ਾਰਿਸ਼ ਆ ਜੋ ਪੰਜਾਬ ਸਰਕਾਰ ਕਹਿ ਰਹੀ ਹੈ ਉਹਨੂੰ ਅਸੀਂ ਸਾਰੇ ਰਲ ਕੇ ਫੋਲੋ ਕਰੀਏ। ਦੂਸਰੀ ਗੱਲ ਡਾਕਟਰ ਸੁੱਖੀ ਨੇ ਜੀ ਵੀ ਦਿਲੋਂ ਸਰਕਾਰ ਕਦੋਂ ਨਹੀਂ ਚਾਹੁੰਦੀ। ਮੇਰੀ ਗੱਲ ਸੁਣੋ ਲੱਖਾ ਜੀ, ਜੇ ਤੁਸੀਂ ਆਮ ਲੋਕਾਂ ਤੇ ਸਖਤੀ ਕਰ ਸਕਦੇ ਹੋ ਬਰਾੜ ਸਾਹਿਬ ਬਾਜ਼ਾਰ ਪੋਲੀਟੀਕਲ ਕਲਾਸ ਦੇ ਲਈ ਵੱਖਰੇ ਰੂਲ ਤੇ ਫਰੇਮ ਹੋ ਨਹੀਂ ਸਕਦੇ ਜੀ। ਨਹੀਂ ਬਰਾੜ ਸਾਹਿਬ ਮੈਂ ਗੁਜ਼ਾਰਿਸ਼ ਤਾਂ ਕਰ ਰਿਹਾ ਵੀ ਸੁੱਖੀ ਸਾਹਿਬ ਕਹਿ ਰਹੇ ਸੀ ਜੇ ਨਹੀਂ ਬਰਾੜ ਸਾਹਿਬ ਪਹਿਲਾਂ ਗੁਜ਼ਾਰਿਸ਼ਾਂ ਕਰਨੀਆਂ ਪੈਂਦੀਆਂ, ਸਖਤੀ ਤਾਂ ਜਦ ਮਰਜ਼ੀ ਕਰ ਲਓ। ਮੈਂ ਇਹ ਗੱਲ ਕਰ ਰਿਹਾ ਵੀ ਸੁੱਖੀ ਜੀ ਕਹਿ ਰਹੇ ਸੀ ਜੇ ਸਰਕਾਰ ਚਾਹੇ ਦਿਲੋਂ, ਸਰਕਾਰ ਦਿਲ ਖੋਲ ਕੇ ਦਿਖਾਵੇ ਵੀ ਸਰਕਾਰ ਚਾਹੁੰਦੀ ਹੈ ਕੰਮ ਹੋਵੇ। ਸਰਕਾਰ ਤਾਂ ਪਹਿਲੇ ਦਿਨ ਤੋਂ ਦੇਸ਼ ਅੰਦਰ ਜਦੋਂ ਪਿਛਲੀ ਵਾਰ 2020 ਚ 23 ਮਾਰਚ ਤੋਂ ਲੱਗੇ ਜਦ ਵੀ ਕੈਪਟਨ ਅਮਰਿੰਦਰ ਸਿੰਘ ਨੇ ਸਖਤੀ ਨਾਲ ਪਹਿਲਾਂ ਫੈਸਲੇ ਲਏ, ਪੂਰੇ ਦੇਸ਼ ਨੇ ਉਹਨੂੰ ਇੰਪਲੀਮੈਂਟ ਕੀਤਾ ਸੀ। ਅੱਜ ਵੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਪ੍ਰਤੀ ਸੋਚ ਆ ਉਹਦੇ ਇਹੀ ਜਿਹੜੀ ਸੰਸਥਾਵਾਂ ਨੇ, ਵਿਦਿਅਕ ਅਦਾਰੇ ਨੇ, ਚਾਹੇ ਸਿਨੇਮਾ ਹਾਲ ਨੇ, ਮਾਲ ਨੇ, ਉਹ ਬੰਦ ਕੀਤੇ ਨੇ। ਤੇ ਮੈਂ ਦੁਬਾਰਾ ਸੰਧਵਾ ਸਾਹਿਬ ਤੇ ਜਵਾਬ ਜ਼ਰੂਰ ਲੈਣਾ ਹੈ, ਬੜਾ ਜ਼ਰੂਰੀ ਹੈ। ਇਹ ਲੋਕਾਂ ਦੇ ਸਵਾਲ ਨੇ, ਲੋਕ ਬਹੁਤ ਦੁਖੀ ਨੇ, ਲੋਕ ਤਰਸਤ ਨੇ, ਜਿਨ੍ਹਾਂ ਦੇ ਬਿਜ਼ਨਸ ਠੱਪ ਹੋ ਗਏ, ਜਿਨ੍ਹਾਂ ਦੇ ਕੰਮ ਰੁਕ ਗਏ, ਉਹ ਲੋਕਡਾਊਨ ਦਾ ਜਾਂ ਨਾਈਟ ਕਰਫਿਊ ਦਾ ਨਾਂ ਸੁਣਦੇ ਹੀ ਘਬਰਾ ਜਾਂਦੇ ਆ। ਉਹਨਾਂ 'ਚ ਇੱਕ ਖੌਫ, ਇੱਕ ਡਰ ਪੈਦਾ ਹੋ ਜਾਂਦਾ। ਔਰ ਕਿੰਨੇ ਮੈਸੇजेस ਆਉਂਦੇ ਨੇ ਸਾਨੂੰ ਜਿਹੜੇ ਜਿੱਥੇ ਲੋਕ ਪੁੱਛਦੇ ਨੇ ਨਿਊਜ਼ 18 ਪੰਜਾਬ ਤੇ ਮੈਸੇਜ ਭੇਜ ਕੇ ਕਿ ਕੀ ਅੱਗੇ ਲੋਕਡਾਊਨ ਤਾਂ ਨਹੀਂ ਲੱਗ ਜਾਏਗਾ, ਕਿ ਇਸ ਤਰ੍ਹਾਂ ਦੀ ਸਥਿਤੀ ਤਾਂ ਨਹੀਂ ਬਣ ਜਾਏਗੀ ਕਿ ਸਾਡੇ ਲਈ, ਕਿਉਂਕਿ ਲੋਕ ਡਰਦੇ ਆ ਉਸ ਸਿਚੁਏਸ਼ਨ ਨੂੰ ਦੇਖ ਕੇ। ਪਰ ਜਦੋਂ ਪੈਰਲਲ ਸਿਆਸੀ ਰੈਲੀਆਂ ਹੁੰਦੀਆਂ ਤਾਂ ਫਿਰ ਉਹਨਾਂ ਹੀ ਮਨਾਂ 'ਚ ਇਹ ਵੱਡੇ ਸਵਾਲ ਵੀ ਉੱਠਦੇ ਆ ਜਿਹੜੇ ਅਸੀਂ ਦਰਸ਼ਕਾਂ ਦੇ ਸਵਾਲ ਇਸ ਵੇਲੇ ਪੈਨਲਿਸਟ ਤੋਂ ਪੁੱਛ ਰਹੇ ਹਾਂ। ਇੱਕ ਬਹੁਤ ਛੋਟਾ ਜਿਹਾ ਕਮਰਸ਼ੀਅਲ ਬ੍ਰੇਕ, ਵਾਪਸ ਆ ਕੇ ਕੁਲਤਾਰ ਸੰਧਵਾ ਹੋਰਾਂ ਤੋਂ ਇਸ ਬਾਰੇ ਜਵਾਬ ਲਵਾਂਗੇ। ਬਹੁਤ ਛੋਟਾ ਜਿਹਾ ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਸਵਾਗਤ ਹੈ। ਕਰੋਨਾ ਨੂੰ ਲੈ ਕੇ ਅਸੀਂ ਚਰਚਾ ਕਰ ਰਹੇ ਹਾਂ ਕਿ ਪਾਬੰਦੀਆਂ ਨਾਲ ਕਰੋਨਾ ਦੀ ਰਫ਼ਤਾਰ ਤੇ ਬ੍ਰੇਕ ਲੱਗੇਗੀ। ਔਰ ਸਭ ਤੋਂ ਵੱਡਾ ਸਵਾਲ ਸਿਆਸੀ ਪਾਰਟੀਆਂ ਲਈ। ਮਹਿਮਾਨ ਸਾਡੇ ਨਾਲ ਜੁੜੇ ਹੋਏ ਨੇ। ਆਮ ਆਦਮੀ ਪਾਰਟੀ ਤੋਂ ਸਾਡੇ ਨਾਲ ਕੁਲਤਾਰ ਸਿੰਘ ਸੰਧਵਾ, ਕਾਂਗਰਸ ਪਾਰਟੀ ਤੋਂ ਲਖਬੀਰ ਲੱਖਾ ਵਿਧਾਇਕ ਨੇ, ਅਕਾਲੀ ਦਲ ਤੋਂ ਡਾਕਟਰ ਸੁਖਵਿੰਦਰ ਸੁੱਖੀ ਔਰ ਰਵਿੰਦਰ ਅਰੋੜਾ ਜੀ ਬੀਜੇਪੀ ਤੋਂ। ਚਾਰੇ ਮਹਿਮਾਨ ਸਾਡੇ ਨਾਲ ਜੁੜੇ। ਸੰਧਵਾ ਸਾਹਿਬ ਤੁਹਾਡੇ ਤੋਂ ਸਵਾਲ ਹੈ, ਜਿਹੜੀ ਗੱਲ ਲੱਖਾ ਜੀ ਕਰ ਰਹੇ ਸੀ ਕਿ ਲੋਕਾਂ ਦੇ ਲਈ ਤੇ ਸਖਤੀ ਐਲਾਨ ਕਰਤੀ, ਲੋਕਾਂ ਲਈ ਸਖਤੀਆਂ ਤੁਹਾਨੂੰ ਪਤਾ ਵੀ ਲੱਗ ਗਿਆ ਹੋਣਾ ਕਿਹੜੀਆਂ ਐਲਾਨ ਕੀਤੀਆਂ ਵੀ ਜੇ ਇੱਕ ਵੀ ਬੰਦੇ ਨੇ ਬਿਨਾਂ ਮਾਸਕ ਤੋਂ ਨਜ਼ਰ ਆ ਗਿਆ ਤਾਂ ਉਹਨੂੰ ਫੜ ਕੇ ਟੈਸਟ ਕਰਵਾਉਣ ਦੇ ਲਈ ਲਿਜਾਇਆ ਜਾਊਗਾ। ਪਰ ਸਿਆਸੀ ਪਾਰਟੀਆਂ ਨੂੰ ਉਹ ਕਹਿੰਦੇ ਕਿ ਪਹਿਲਾਂ ਅਰਜ਼ ਕੀਤੀ ਜਾਂਦੀ ਹੈ, ਬਾਅਦ 'ਚ ਅਸੀਂ ਦੇਖਾਂਗੇ ਸਖਤੀ ਕਿਵੇਂ ਕਰਨੀ ਹੈ। ਸੋ ਕੀ ਤੁਸੀਂ ਆਪਣੇ ਪਾਰਟੀ ਦੇ ਵਿੱਚ ਇਸ ਮਸਲੇ ਨੂੰ ਵਿਚਾਰ ਰਹੇ ਹੋ ਜੋ ਹੁਣ ਨਵੀਆਂ ਗਾਈਡਲਾਈਨਸ ਆਈਆਂ ਕਿ ਉਸ ਦੇ ਮੁਤਾਬਕ ਕਿਸ ਤਰੀਕੇ ਨਾਲ ਇਹ ਅਸ਼ੋਰ ਕਰ ਪਾਓਗੇ ਵੀ ਜੇ ਉੱਥੇ ਕੋਈ ਇਕੱਠ ਵੱਡਾ ਹੋ ਜਾਂਦਾ ਤਾਂ ਫਿਰ ਉਸ ਇਕੱਠ ਨੂੰ ਕਿਵੇਂ ਮੈਨੇਜ ਕਰੋਗੇ? ਸੰਧਵਾ ਸਾਹਿਬ ਦੇਖੋ ਜੀ, ਇਹ ਤਾਂ ਸਵਾਲ ਹੀ ਨਹੀਂ ਹੈ ਵੀ ਇਕੱਠ, ਗੱਲ ਤਾਂ ਇਹ ਉੱਥੇ ਕੋਈ ਮਰੀਜ਼ ਆਉਂਦਾ ਉਹਨੂੰ ਮੈਨੇਜ ਕਰਨਾ ਉਹਦੇ ਲਈ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਆ। ਸਾਡੇ ਬੰਦੇ ਇੰਨੇ ਕੁ ਸਿਆਣੇ ਹੈਗੇ ਆ, ਜੇ ਕਿਸੇ ਨੂੰ ਸਿੰਪਟਮ ਹੋਏ ਉਹਨੇ ਆਉਣਾ ਹੀ ਨਹੀਂ ਹੈ। ਅਸੀਂ ਸਾਰਿਆਂ ਨੂੰ ਇਹ ਮੈਸੇਜ ਲਾਏ ਆ ਵੀ ਆਪਦਾ ਭਾਈ। ਪਰ ਇਹ ਤਾਂ ਕਈਆਂ ਨੂੰ ਪਤਾ ਹੀ ਨਹੀਂ ਲੱਗਦਾ ਹੁੰਦਾ ਜੀ। ਇਹ ਤਾਂ ਸੰਧਵਾ ਸਾਹਿਬ ਕਈਆਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਹ ਪੋਜ਼ਿਟਿਵ ਹੈ ਕਿ ਨਹੀਂ। ਜਿਹਨੂੰ ਨਹੀਂ ਪਤਾ ਲੱਗਦਾ ਉਹਦੇ ਮਾਸਕ ਲੱਗਿਆ ਹੁਣ ਮੇਰੀ ਸੁਣੋ ਗੱਲ, ਇਹ ਜਿਹੜੀ ਬਿਮਾਰੀ ਆ ਨਾ, ਇਹ ਮਿਹਨਤਕਸ਼ ਲੋਕਾਂ ਦੀ ਹੈ ਹੀ ਨਹੀਂ। ਉੱਥੇ ਦਿੱਲੀ ਇੰਨੇ ਲੋਕ ਬੈਠੇ, ਕਿਸੇ ਨੂੰ ਕਰੋਨਾ ਨਹੀਂ ਹੋਇਆ। ਇਹਦਾ ਜਿਹੜੇ ਰੇਤਾ ਰੂਤਾ ਖਾਂਦੇ ਉਹਨਾਂ ਨੂੰ ਹੁੰਦੀ ਹੈ ਜ਼ਿਆਦੇ। ਸੋ ਇਹ ਮਤਲਬ ਇਸ ਬਿਮਾਰੀ ਦਾ ਇਲਾਜ ਕਰਨਾ ਸਰਕਾਰ ਦਾ ਫਰਜ਼ ਆ। ਇਹ ਤਾਂ ਘੁੱਤਰਬਿੰਦੀਆਂ ਕਰਦੇ ਆ। ਦੇਖੋ ਵੀ 20 ਮਰੀਜ਼ ਆਏ ਨੇ ਮੋਗਾ ਦੇ ਵਿੱਚ, ਸਾਰੇ ਗੁਰਦਾਸਪੁਰ ਦੇ ਵਿੱਚ 100 ਤੋਂ ਉੱਤੇ ਆ,
ਉੱਥੇ ਇਸ ਤਰ੍ਹਾਂ ਦੀਆਂ ਪਾਬੰਦੀਆਂ ਨਹੀਂ। ਗੁਰਦਾਸਪੁਰ ਇਸ ਲਿਸਟ 'ਚ ਹੈ ਨਹੀਂਗਾ। ਚਲੋ ਮੈਂ ਇਹ ਤੁਸੀਂ ਗੱਲ ਛੇੜ ਲਈ, ਮੈਂ ਪੁੱਛ ਨਹੀਂ ਲੱਗਿਆ ਸੀ, ਤੁਸੀਂ ਗੱਲ ਛੇੜ ਲਈ, ਮੈਂ ਪੁੱਛ ਨਹੀਂ ਲੱਗਿਆ ਸੀ ਸੰਧਵਾ ਸਾਹਿਬ ਲੱਖਾ ਜੀ ਤੋਂ। ਲੱਖਾ ਜੀ ਇਸ ਸਵਾਲ ਦਾ ਜਵਾਬ ਜ਼ਰੂਰ ਬਣਦਾ ਹੈ ਕਿ ਮੋਗੇ ਜ਼ਿਲ੍ਹੇ ਨੂੰ ਇੱਕਦਮ ਉਹਨਾਂ 11 ਜ਼ਿਲ੍ਹਿਆਂ ਦੇ ਵਿੱਚ ਪਾਤਾ ਔਰ ਗੁਰਦਾਸਪੁਰ ਨੂੰ ਕੱਢਤਾ। ਗੁਰਦਾਸਪੁਰ 'ਚ 100 ਕੇਸ ਆਏ ਨੇ, ਮੋਗੇ 'ਚ 20 ਕੇਸ ਨੇ। ਫਿਰ ਤੁਸੀਂ ਜਿਹੜੀ ਗੱਲ ਕਹਿ ਰਹੇ ਸੀ ਵੀ ਕੱਲ ਨੂੰ ਸਾਡੇ ਤੇ ਇਲਜ਼ਾਮ ਲਾਉਂਦੇ ਨੇ ਵਿਰੋਧੀ, ਜਦੋਂ ਇਸ ਤਰੀਕੇ ਦੀਆਂ ਜਿਹੜੀਆਂ ਗਤੀਵਿਧੀਆਂ ਹੋਣਗੀਆਂ ਤਾਂ ਫਿਰ ਇਲਜ਼ਾਮ ਆਪੇ ਹੀ ਲੱਗ ਜਾਣੇ ਨੇ। ਨਹੀਂ ਬਰਾੜ ਸਾਹਿਬ, ਤੁਸੀਂ ਇੱਕ ਪਾਸੇ ਤਾਂ ਕਹਿ ਰਹੇ ਸੀ ਵੀ ਬਰਾੜ ਸਾਹਿਬ ਤੁਸੀਂ ਇੱਕ ਪਾਸੇ ਕਹਿ ਰਹੇ ਸੀ ਕੈਪਟਨ ਅਮਰਿੰਦਰ ਸਿੰਘ ਜਾਣੇ ਜਾਂਦੇ ਨੇ ਵੀ ਅਪੀਲ ਕਰਦੇ ਨੇ, ਉਹਨਾਂ ਨੇ ਆਪਣਾ ਸੰਕੇਤ ਤਾਂ ਦਿੱਤਾ, ਇਹ ਤਾਂ ਮੰਨਦੇ ਹੋ ਤੁਸੀਂ? ਸੰਕੇਤ ਤਾਂ ਦੇਤਾ ਵੀ ਸਾਰੇ ਪੰਜਾਬ 'ਚ ਸਾਨੂੰ ਬਚਣ ਦੀ ਲੋੜ ਆ, ਚਾਹੇ ਉਹ ਮੋਗਾ ਹੋਵੇ, ਚਾਹੇ ਗੁਰਦਾਸਪੁਰ ਹੋਵੇ, ਚਾਹੇ ਸਾਡਾ ਲੁਧਿਆਣਾ ਹੋਵੇ, ਹਰ ਜਗ੍ਹਾ ਪਾਬੰਦੀਆਂ ਸਰਕਾਰ ਦੀਆਂ ਜਿਹੜੀਆਂ ਨੇ ਲਾਗੂ ਹੋਣਗੀਆਂ। 11 ਦੇ 12 ਜ਼ਿਲ੍ਹੇ ਵੀ ਕਰ ਸਕਦੇ ਸੀ ਤੁਸੀਂ, 11 ਦੇ 12 ਜ਼ਿਲ੍ਹੇ ਵੀ ਕਰ ਸਕਦੇ ਸੀ ਤੁਸੀਂ। ਗੁਰਦਾਸਪੁਰ ਨੂੰ ਹਟਾਤਾ ਉਸ ਚੋਂ ਤੇ ਮੋਗਾ ਨੂੰ ਪਾਤਾ। ਕੀ ਇਹਦੀ ਵਜ੍ਹਾ ਸਿਰਫ ਰੈਲੀ ਹੈ? ਨਹੀਂ, ਗੁਰਦਾਸਪੁਰ ਵੀ ਆ ਜਾਓ। ਇਹ ਤਾਂ ਹੁਣ ਜਿਹੜੀ ਕੈਪਟਨ ਅਮਰਿੰਦਰ ਸਿੰਘ ਜੀ ਦੀ ਸਰਕਾਰ ਨੇ ਜੋ ਪਾਬੰਦੀਆਂ ਲਾਈਆਂ ਨੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ, ਉਹ 11-12 ਜ਼ਿਲ੍ਹੇ ਕੀ ਸਾਰੇ ਪੰਜਾਬ 'ਚ ਹੀ ਲਾਗੂ ਹੋ ਜਾਣੀਆਂ ਨੇ। ਜਿਸ ਤਰ੍ਹਾਂ ਉਹਨਾਂ ਨੇ 21 ਤਰੀਕ ਤੋਂ ਜਾਂ ਸਾਰੀਆਂ ਸੰਸਥਾਵਾਂ, ਐਜੂਕੇਸ਼ਨ ਸੰਸਥਾਵਾਂ ਜਾਂ ਦੁਨੀਆ ਇਵਨ ਆਪਣੇ ਸਟਾਫ ਦਾ ਵੀ ਸੀਐਮ ਦਾ ਦਫ਼ਤਰ ਆ ਜਿਹੜਾ, ਉਹਦੇ ਅੰਦਰ ਵੀ ਪਾਬੰਦੀਆਂ ਲਾਗੂ ਕਰਦੇ ਵੀ ਆਨਲਾਈਨ ਗੱਲ ਕਰੋ ਸਾਰੀ। ਆਪਣਾ ਮਿਨਿਸਟਰੀਅਲ ਸਟਾਫ ਆ ਸਾਰਾ, ਉੱਥੇ ਵੀ ਆਨਲਾਈਨ ਗੱਲ ਕਰੋ, ਵਰਚੁਅਲ ਮੀਟਿੰਗ ਨੂੰ ਤਰਜੀਹ ਦਿਓ। ਇਹ ਨਹੀਂ ਕਿਸੇ ਨਾਲ ਇੱਕ ਨਾਲ, ਇਹ ਸਾਰਿਆਂ ਨਾਲ ਲਾਗੂ ਹੋਣੀਆਂ ਤੇ ਸਾਨੂੰ ਵੱਧ ਤੋਂ ਵੱਧ ਬਚਣ ਦੀ ਲੋੜ ਆ। ਕਰੋਨਾ ਮਿਹਨਤਕਸ਼ ਲੋਕਾਂ ਨੂੰ ਵੀ ਹੋ ਸਕਦਾ, ਦੂਏ ਨੂੰ ਵੀ ਹੋ ਸਕਦਾ, ਇਹਦੀ ਕੋਈ ਉਹ ਨਹੀਂ ਹੈਗੀ ਰੂਪ ਰੇਖਾ। ਪਿਛਲੀ ਵਾਰ ਬੱਚਿਆਂ ਨੂੰ ਨਹੀਂ, ਅੱਜ ਬੱਚਿਆਂ ਨੂੰ 33% ਹੋ ਰਿਹਾ, ਸਟੂਡੈਂਟਾਂ ਨੂੰ ਹੋ ਰਿਹਾ, ਟੀਚਰ ਸਾਹਿਬਾਨਾਂ ਨੂੰ ਹੋ ਰਿਹਾ। ਚਲਾਨ ਕੱਟਦੀ ਹੈ ਸਰਕਾਰ, ਕਿ ਰੈਲੀਆਂ ਦੇ ਵਿੱਚ ਵੀ ਉਵੇਂ ਹੀ ਚਲਾਨ ਕੱਟੂਗੀ? ਬਿਲਕੁਲ, ਜਿਹੜੀਆਂ ਹਦਾਇਤਾਂ ਨੇ ਉਹ ਰੈਲੀਆਂ ਤੇ ਵੀ ਹੋਣਗੀਆਂ ਫਾਲੋ ਤੇ ਸਾਰੇ ਕਿਤੇ ਹੋਣਗੀਆਂ। ਜਿਸ ਤਰ੍ਹਾਂ ਮੇਰੇ ਮਾਨਯੋਗ ਦੋਸਤ ਸੰਧਵਾ ਜੀ ਕਹਿ ਰਹੇ ਨੇ ਵੀ ਕਿਸੇ ਨੂੰ ਸਿੰਪਟਮ ਨਹੀਂ, ਸਿੰਪਟਮ ਇਹ ਪਤਾ ਹੀ ਨਹੀਂ ਲੱਗਦਾ। ਮੈਨੂੰ ਹੋ ਕੇ ਹਟਿਆ, ਮੈਂ ਇਸ ਵਾਰ ਸੈਸ਼ਨ 'ਚ ਨਹੀਂ ਜਾ ਸਕਿਆ ਜਦੋਂ ਮੈਂ ਕਿਹਾ ਪੋਜ਼ਿਟਿਵ, ਪਰ ਮੈਂ ਬਿਲਕੁਲ ਤੰਦਰੁਸਤੀ ਘਰੇ ਰਿਹਾ ਆਪਣਾ। ਜਦੋਂ ਨੈਗੇਟਿਵ ਆਈ ਰਿਪੋਰਟ ਲਾਸਟ 9-10 ਤਰੀਕ ਨੂੰ, ਉਦੋਂ ਮੈਂ ਸੈਸ਼ਨ 'ਚ ਗਿਆ। ਇਸ ਕਰਕੇ ਸਿੰਪਟਮ ਕੋਈ ਨਹੀਂ ਦਿਖਦੇ। ਇਹ ਤਾਂ ਇਤਿਹਾਸ ਆ ਵੀ ਆਪਾਂ ਜਿਹੜਾ ਚੈੱਕ ਕਰਾ ਲੈਂਦਾ ਉਹਨੂੰ ਆ ਜਾਂਦਾ, ਜਿਹੜਾ ਨਹੀਂ ਕਰਾਉਂਦਾ ਫਿਰੀ ਜਾਂਦਾ। ਇਸ ਕਰਕੇ ਸਾਨੂੰ ਆਪਣਾ ਆਪ ਹੀ ਸਾਂਭਣਾ ਪੈਣਾ। ਹੋਮ ਆਈਸੋਲੇਸ਼ਨ ਹੋ ਜਾਓ ਜਾਂ ਦੂਰੀ ਬਣਾ ਕੇ ਰੱਖੋ, ਤਾਂ ਹੀ ਆ ਇਹਦੇ ਸਿੰਪਟਮ ਨਹੀਂ ਦਿਖਦੇ। ਜਿਵੇਂ ਤੁਸੀਂ ਪੂਰੇ ਰੂਲਸ ਫੋਲੋ ਕਰਾਂਗੇ, ਪੂਰਾ ਸੋਸ਼ਲ ਡਿਸਟੈਂਸਿੰਗ ਵੀ ਹੋਏਗੀ, ਹਰੇਕ ਦੇ ਮਾਸਕ ਵੀ ਲੱਗਿਆ ਹੋਏਗਾ। ਸੋ ਤੁਸੀਂ ਸਮਝਦੇ ਹੋ ਕਿ ਇਹ ਚੀਜ਼ ਪੋਸੀਬਲ ਹੈ? ਇਹ ਸੰਧਮਾ ਸਾਹਿਬ ਦੀ ਹਾਸੋਹੀਣੀ ਗੱਲ ਆ। ਜਿਹੜੀ ਸਰਕਾਰ ਰੂਲ ਆਫ ਲਾਅ ਕਰਾ ਰਹੀ ਆ ਉਹ ਤਾਂ ਕਰ ਨਹੀਂ ਰਿਹਾ ਕੋਈ। ਤੁਸੀਂ ਇੱਕ ਪੋਲੀਟੀਕਲ ਪਾਰਟੀ ਦੀ ਰੈਲੀ 'ਚ ਕਿਵੇਂ ਹੋ ਸਕਦਾ ਜੀ? ਮੈਨੂੰ ਇਹ ਨਹੀਂ ਸਮਝ ਆ ਰਹੀ ਇਹਨਾਂ ਕੋਲ ਕਿਹੜਾ ਉਹ ਜੰਤਰ ਆ ਜਾਂ ਮੰਤਰ ਆ ਜਿਹਦੇ ਨਾਲ ਰੂਲ ਫੋਲੋ ਕਰਾ ਦੇਣਗੇ। ਇਹ ਸੰਧਵਾ ਸਾਹਿਬ ਦੱਸ ਸਕਦੇ ਨੇ, ਆਮ ਆਦਮੀ ਪਾਰਟੀ ਉਹ ਦੱਸ ਸਕਦੀ ਹੈ। ਮੈਂ ਰਵਿੰਦਰ ਅਰੋੜਾ ਜੀ ਤੋਂ ਕਮੈਂਟ ਚਾਹੂੰਗਾ, ਕਾਫੀ ਦੇਰ ਦੇ ਉਹ ਵੇਟ ਕਰ ਰਹੇ ਆ। ਅਰੋੜਾ ਜੀ, ਤੁਹਾਡੀ ਆਵਾਜ਼ ਦੇ ਵਿੱਚ ਕੁਝ ਡਿਸਟਰਬੈਂਸ ਆ ਗਈ ਸੀ। ਅਗਰ ਮੇਰੀ ਆਵਾਜ਼ ਤੁਹਾਨੂੰ ਕਲੀਅਰ ਮਿਲ ਪਾ ਰਹੀ ਹੈ ਤਾਂ ਕੀ ਸਿਆਸੀ ਪਾਰਟੀਆਂ ਇਹ ਸ਼ੋਰ ਕਰ ਸਕਦੀਆਂ ਇਸ ਦਾਅਵੇ ਨਾਲ ਕਿ ਨਹੀਂ ਜੀ ਅਸੀਂ ਸਾਰੇ ਕੋਵਿਡ ਪ੍ਰੋਟੋਕਾਲ ਫੋਲੋ ਕਰਾਂਗੇ ਪਰ ਸਾਡੀ ਰੈਲੀ ਹੋਏਗੀ? ਦੇਖੋ ਬਰਾੜ ਸਾਹਿਬ ਜੀ, ਹਰ ਬੰਦੇ ਦਾ ਆਪਣਾ ਆਪਣਾ ਸੁਭਾਅ ਹੁੰਦਾ, ਪਰ ਘੱਟ ਤੋਂ ਘੱਟ ਮੈਨੂੰ ਪੰਜਾਬ ਦੇ ਲੋਕਾਂ ਨੂੰ ਝੂਠ ਬੋਲਣ ਦੀ ਆਦਤ ਨਹੀਂ ਹੈ। ਇਹ ਨਿਸ਼ਚਿਤ ਹੀ ਪੱਕੀ ਗੱਲ ਹੈ ਕਿ ਸਿਆਸੀ ਰੈਲੀਆਂ ਦੇ ਵਿੱਚ ਕਰੋਨਾ ਪ੍ਰੋਟੋਕਾਲ ਨੂੰ ਫਾਲੋ ਨਹੀਂ ਕੀਤਾ ਸਕਦਾ। ਉਹ ਜਿੰਨੇ ਮਰਜ਼ੀ ਝੂਠੇ ਦਾਅਵੇ ਕਰੇ, ਸੱਚੇ ਦਾਅਵੇ ਕਰੇ, ਜੋ ਮਰਜ਼ੀ ਜਮਾਤ ਹੋਵੇ ਕਹਿ ਰਹੇ ਹਨ। ਲੇਕਿਨ ਮੈਂ ਇਹ ਗੱਲ ਪੁੱਛਣਾ ਚਾਹੁੰਦਾ, ਅਸੀਂ ਇਹ ਡਿਬੇਟ 'ਚ ਪੈ ਗਏ ਕਿ ਕਰੋਨਾ ਹੈਗਾ ਨਹੀਂ ਹੈਗਾ। ਅਸੀਂ ਇਸ ਡਿਬੇਟ 'ਚ ਪੈ ਗਏ ਗਰੀਬ ਨੂੰ ਹੁੰਦਾ, ਅਮੀਰ ਨੂੰ ਨਹੀਂ ਹੁੰਦਾ। ਅਸੀਂ ਇਹ ਡਿਬੇਟ 'ਚ ਪੈ ਗਏ ਕਿ ਸਰਕਾਰ ਨੇ ਜੀ ਪਹਿਲਾਂ ਜੋ ਲਾਕਡਾਊਨ ਕੀਤਾ ਦਾ ਨੁਕਸਾਨ ਹੋਇਆ, ਫਾਇਦਾ ਉਹਨਾਂ ਜਾਨਾਂ ਕਿੰਨੀਆਂ ਬੱਚੀਆਂ, ਦੀ ਸਾਖ ਕਿੰਨੀ ਉੱਚੀ ਹੈ। ਔਰ ਅੱਜ ਸਾਡੀ ਸਾਰੀ ਸਿਆਸੀ ਪਾਰਟੀਆਂ ਦਾ ਇਖਲਾਕੀ ਫਰਜ਼ ਬਣਦਾ। ਕਾਂਗਰਸ ਪਾਰਟੀ ਸਰਕਾਰ ਦੇ ਵਿੱਚ ਹੈ, ਸ਼੍ਰੋਮਣੀ ਅਕਾਲੀ ਦਲ ਔਰ ਆਮ ਆਦਮੀ ਪਾਰਟੀ, ਇਹਨਾਂ ਦੇ ਨੇਤਾਵਾਂ ਨੂੰ ਪੁੱਛਣਾ ਚਾਹਾਂਗਾ ਕਿ ਤੁਸੀਂ ਡਿਊਰਿੰਗ ਦਾ ਕਰੋਨਾ ਪੀਰੀਅਡ ਤੁਹਾਡੀਆਂ ਆਪਣੀਆਂ ਐਫਰਟਸ ਕੀ ਰਹੀਆਂ? ਘਬਰਾ ਕੇ ਸ਼ਹੀਦ ਨਾ ਬਣੋ। ਭਾਰਤੀ ਜਨਤਾ ਪਾਰਟੀ ਦੇ ਲੋਕਾਂ ਨੇ ਪਿੰਡ ਘਰ ਜਾ ਕੇ ਲੋੜਵੰਦਾਂ ਨੂੰ ਰਾਸ਼ਨ, ਸੈਨੀਟਾਈਜ਼ਰ, ਮਾਸਕ
ਚਲੋ ਮੁਹੱਈਆ ਕਰਾਏ। ਉਹ ਤੇ ਫਿਰ ਲੰਮੀਆਂ ਗੱਲਾਂ ਹੋ ਜਾਂਦੀਆਂ ਜੀ, ਉਹ ਤੇ ਚਲੋ ਸਾਰੇ ਹੁਣ ਜਦੋਂ ਲਾਕਡਾਊਨ ਸੀਗਾ ਉਦੋਂ ਸਭ ਨੇ ਦਾਅਵੇ ਕੀਤੇ, ਪਰ ਅੱਜ ਦੀ ਡੇਟ 'ਚ ਸਵਾਲ ਹੈ ਡਾਕਟਰ ਸੁੱਖੀ ਤੁਸੀਂ ਸੁਣ ਪਾ ਰਹੇ ਹੋਵੋਗੇ ਜੋ ਜਿਸ ਐਂਗਲ ਤੋਂ ਪੂਰੀ ਗੱਲਬਾਤ ਹੋ ਰਹੀ ਹੈ। ਸਵਾਲ ਬੜਾ ਸਿੱਧਾ ਜਿਹਾ, ਮੈਂ ਵਾਰੀ-ਵਾਰੀ ਸਾਰਿਆਂ ਤੋਂ ਪੁੱਛ ਰਿਹਾ ਪਰ ਗੋਲ-ਮੋਲ ਘੁਮਾ ਕੇ ਹਰ ਕੋਈ ਆਪਦੇ ਕੰਫਰਟ ਦੇ ਹਿਸਾਬ ਨਾਲ ਦੂਜੇ ਪਾਸੇ ਲੈ ਜਾਂਦੇ ਆ ਸਵਾਲ ਨੂੰ। ਪਰ ਸਿੱਧਾ ਸਵਾਲ ਇਹ ਹੈ ਕਿ ਜੇ ਆਮ ਲੋਕਾਂ ਤੇ ਸਖਤੀਆਂ ਹੋ ਰਹੀਆਂ ਨੇ, ਜੇ ਇੱਕ ਹਸਬੈਂਡ ਵਾਈਫ ਦਾ ਕਾਰ ਦੇ ਵਿੱਚ ਚਲਾਨ ਕੱਟਿਆ ਜਾ ਰਿਹਾ ਹੈ, ਤਾਂ ਫਿਰ ਸਿਆਸੀ ਰੈਲੀਆਂ ਦੀ ਅਪੀਲ ਕਿਉਂ ਕੀਤੀ ਜਾਂਦੀ ਹੈ? ਸਿੱਧਾ ਠੋਕ ਕੇ ਕਿਉਂ ਨਹੀਂ ਕਿਹਾ ਜਾਂਦਾ ਕਿ ਨਹੀਂ ਹੋਏਗੀ ਜੀ ਰੈਲੀ, ਬਸ ਸਖਤੀ ਹੈ, ਗੱਲ ਖਤਮ ਹੋ ਗਈ? ਨਹੀਂ, ਦੇਖੋ ਜਦੋਂ ਸਰਕਾਰ ਨੇ ਇਹ ਮਨ ਬਣਾ ਲਿਆ, ਇਹ ਜਿਹੜੇ ਅਸੀਂ ਫੈਸਲੇ ਕੀਤੇ ਆ, ਸਾਨੂੰ ਕੋਈ ਵੀ ਪੋਲੀਟੀਕਲ ਪਾਰਟੀ ਹੋਵੇ, ਕੋਈ ਸਮਾਜਿਕ ਸੰਸਥਾ ਹੋਵੇ, ਸਭ ਨੂੰ ਇਹ ਫੋਲੋ ਕਰਨੇ ਚਾਹੀਦੇ ਆ। ਪਰ ਸਵਾਲ ਵਿਜੇਪਾਲ ਜੀ ਇਹ ਹੈ ਕਿ ਅੱਜ ਜੇਕਰ ਕਿਸੇ ਨੂੰ ਕਰੋਨਾ ਹੋ ਜਾਂਦਾ, ਮੈਂ ਆਪਣੇ ਜ਼ਿਲ੍ਹੇ ਦੀ ਗੱਲ ਕਰਦਾ, ਬਾਕੀ ਜ਼ਿਲ੍ਹਿਆਂ ਦੀ ਗੱਲ ਨਹੀਂ ਕਰਦਾ, ਉਸ ਜ਼ਿਲ੍ਹੇ ਦੇ ਵਿੱਚ ਜੇ ਅੱਜ ਕੋਈ ਕਰੋਨਾ ਪੋਜ਼ਿਟਿਵ ਆ ਜਾਂਦਾ, ਸਾਡੇ ਜ਼ਿਲ੍ਹੇ ਨਵਾਂ ਸ਼ਹਿਰ ਦੇ ਵਿੱਚ ਕਿਸੇ ਕੋਲ ਵੀ ਕਰੋਨਾ ਕਿਟ ਨਹੀਂ ਪਹੁੰਚਦੀ। ਔਰ ਜੇਕਰ ਕਿਸੇ ਆਦਮੀ ਨੂੰ ਸਿਵਲ ਹਸਪਤਾਲ ਦੇ, ਕਿਉਂਕਿ ਰੋਜ਼ 150 ਦੇ ਕਰੀਬ 150-200 ਬੰਦਾ ਰੋਜ਼ ਪੋਜ਼ਿਟਿਵ ਆ ਰਿਹਾ, ਜੇਕਰ ਉਹਨੂੰ ਹਸਪਤਾਲ ਦੀ ਲੋੜ ਪੈਂਦੀ ਹੈ ਤਾਂ ਉੱਥੇ ਹਸਪੀਟਲ ਦੇ ਵਿੱਚ ਸਾਡੇ ਕੋਲ ਵੈਂਟੀਲੇਟਰ ਤਾਂ ਹੈ, ਪਰ ਵੈਂਟੀਲੇਟਰ ਚਲਾਉਣ ਨੂੰ ਸਟਾਫ ਨਹੀਂ, ਉਹਨੂੰ ਉਸ ਵੇਲੇ ਪਟਿਆਲਾ ਜਾਂ ਅੰਮ੍ਰਿਤਸਰ ਭੇਜ ਦਿੱਤਾ ਜਾਂਦਾ। ਡਾਕਟਰ ਸਾਹਿਬ ਸਮਝਦੇ ਜੇਕਰ ਸਰਕਾਰ ਦੇ ਆਪਣੇ ਮੰਤਰੀ ਤੁਸੀਂ ਫਿਰ ਆਪਣੇ ਕੰਫਰਟ ਦੇ ਹਿਸਾਬ ਨਾਲ ਗੱਲ ਨੂੰ ਦੂਜੇ ਪਾਸੇ ਲੈ ਗਏ। ਨਹੀਂ ਮੈਂ ਸਿੱਧੀ ਜੀ ਗੱਲ ਕਹੀ, ਜਿਹੜਾ ਬੰਦਾ ਸਖਤੀ ਹੋਣੀ ਚਾਹੀਦੀ, ਸੋਚ ਰਿਹਾ ਹੈ ਪਹਿਲਾਂ ਤਾਂ ਇਹ ਨਹੀਂ ਪਤਾ ਚੱਲਦਾ ਕਿ ਕਰੋਨਾ ਹੈਗਾ ਕਿ ਨਹੀਂ ਹੈਗਾ, ਪਹਿਲੀ ਗੱਲ। ਦੂਜੀ ਗੱਲ ਇਹ ਨਹੀਂ ਸਮਝ ਆਉਂਦੀ ਵੀ ਸਖਤੀਆਂ ਦਾ ਮਤਲਬ ਕੀ ਹੈ ਜੀ। ਸਖਤੀਆਂ ਹੋਣੀਆਂ ਚਾਹੀਦੀਆਂ, ਸਖਤੀ ਨਾਲ ਲਾਗੂ ਹੋਣੀਆਂ ਚਾਹੀਦੀਆਂ, ਔਰ ਸਾਡੀਆਂ ਸਾਰੀਆਂ ਪਾਰਟੀਆਂ ਨੂੰ ਇਹਨੂੰ ਮੰਨਣਾ ਚਾਹੀਦਾ। ਇਹਦੇ ਵਿੱਚ ਕੋਈ ਕਿਸੇ ਨੇ ਕਿਉਂਕਿ ਇਹ ਸਰ ਆਪਦੀ ਵੀ ਤੇ ਜ਼ਿੰਮੇਵਾਰੀ ਬਣਦੀ ਹੈ ਨਾ ਡਾਕਟਰ ਸਾਹਿਬ, ਸਾਰਿਆਂ ਦੀ ਆਪਦੀ ਵੀ ਤੇ ਜ਼ਿੰਮੇਵਾਰੀ। ਸਾਡੀ ਜ਼ਿੰਮੇਵਾਰੀ ਸਾਹਿਬ ਮੈਂ ਤੁਹਾਡੇ ਤੋਂ ਅਗਰ ਤੁਸੀਂ ਜੇ ਜਵਾਬ ਦੇ ਸਕੋ ਤਾਂ ਤੁਸੀਂ ਵੀ ਪਹਿਲਾਂ ਘੁਮਾ ਗਏ ਗੱਲ ਨੂੰ। ਮੈਂ ਬੜਾ ਸਿੱਧਾ ਸਵਾਲ ਪੁੱਛ ਰਿਹਾ ਹਾਂ ਵੀ ਜੇ ਸਖਤੀ ਆਮ ਬੰਦੇ ਤੇ ਹੈ, ਜੇ ਸਖਤੀ ਇੱਕ ਪਰਿਵਾਰ ਦੇ 4 ਮੈਂਬਰ ਜਿਹੜੇ ਕਾਰ 'ਚ ਜਾ ਰਹੇ ਹੈ ਉਹਨਾਂ ਤੇ ਹੈ, ਤਾਂ ਫਿਰ ਰੈਲੀਆਂ ਦਾ ਮਤਲਬ ਕੀ ਰਹਿ ਜਾਂਦੇ ਆ? ਫਿਰ ਰੈਲੀਆਂ ਉਸ ਤੋਂ ਜ਼ਿਆਦਾ ਇੰਪੋਰਟੈਂਟ ਹੋ ਗਈਆਂ ਕਿ? ਮੈਂ ਬਿਲਕੁਲ ਤੁਹਾਡੀ ਗੱਲ ਨਾਲ ਸਹਿਮਤ ਹਾਂ, ਪਰ ਤੁਸੀਂ ਮੈਨੂੰ ਇਹ ਦੱਸੋ ਵੀ ਸਾਨੂੰ ਡੀਸੀ ਮੋਗਾ ਵੱਲੋਂ ਪਰਮਿਸ਼ਨ ਦਿੱਤੀ ਗਈ ਹੈ, ਔਰ ਜੋ ਹਦਾਇਤਾਂ ਉਹਨਾਂ ਨੇ ਕੀਤੀਆਂ ਅਸੀਂ ਉਹਨਾਂ ਦੀ ਪਾਲਣਾ ਕਰਾਂਗੇ ਔਰ ਇਹ ਰੈਲੀ ਕਰਾਂਗੇ। ਨੰਬਰ 2, ਬਾਕੀ ਮੈਂ ਸਮਝਦਾ ਵੀ ਜਦੋਂ ਮੋਦੀ ਸਾਹਿਬ ਰੈਲੀ ਕਰਦੇ ਆ, ਜਦੋਂ ਕੋਈ ਹੋਰ ਰੈਲੀ ਕਰਦਾ, ਉਦੋਂ ਕਰੋਨਾ ਛੁੱਟੀ ਤੇ ਚਲਾ ਜਾਂਦਾ। ਸਾਡਾ ਤੇ ਸਵਾਲ ਹੀ ਇਹੀ ਹੈ, ਅਸੀਂ ਮੋਦੀ ਸਾਹਿਬ ਦੀ ਰੈਲੀ, ਆਮ ਆਦਮੀ ਪਾਰਟੀ ਦੀ ਰੈਲੀ ਨਹੀਂ ਕਹਿ ਰਹੇ, ਅਸੀਂ ਸਿਆਸੀ ਰੈਲੀ ਕਹਿ ਰਹੇ ਹਾਂ ਵੀ ਚਾਹੇ ਉਹ ਅਕਾਲੀ ਦਲ ਕਰੇ, ਚਾਹੇ ਉਹ ਬੀਜੇਪੀ ਕਰੇ, ਚਾਹੇ ਉਹ ਕਾਂਗਰਸ ਕਰੇ। ਇਸ ਤਰ੍ਹਾਂ ਦੀਆਂ ਵਿਜੇਪਾਲ ਜੀ ਪਾਬੰਦੀਆਂ ਚਾਹੀਦੀਆਂ ਹੀ ਨਹੀਂ। ਲੋਕ ਹੁਣ ਬਹੁਤ ਸਿਆਣੇ ਹੋ ਗਏ, ਲੋਕਾਂ ਦੇ ਤਾਂ ਕੰਮਕਾਰ ਮਾਰੇ ਗਏ ਜੀ, ਕਿਸੇ ਨੂੰ ਰੋਟੀ ਨਹੀਂ ਮਿਲਦੀ। ਤੁਸੀਂ ਇੱਥੇ ਲੋਕਡਾਊਨ ਜੇਬ ਚੋਂ 2-2000 ਰੁਪਏ ਕੱਢੀ ਜਾਂਦੇ ਹੋ, ਮਤਲਬ ਤਰੀਕਾ ਤੁਸੀਂ ਮਾਸਕ ਦਿਓ ਜਿਹੜੇ ਕੋਲ ਹੈ। ਸਰਕਾਰ ਦਾ ਕੰਮ ਇਹ ਹੁੰਦਾ, ਸਰਕਾਰ ਦਾ ਕੰਮ ਲੋਕਾਂ ਨੂੰ ਲੁੱਟਣਾ ਥੋੜੀ ਹੁੰਦਾ। ਬੰਦਾ ਮੋਟਰਸਾਈਕਲ ਤੇ ਦਿਹਾੜੀ ਲਾਉਣ ਚੱਲਿਆ ਹੁੰਦਾ, ਉਹਦਾ ਫੜ ਕੇ ਮੋਟਰਸਾਈਕਲ ਤੇ ਉਹਦੀ ਜੇਬ ਚੋਂ ਪੈਸੇ ਕੱਢ ਲੈਂਦੇ, ਤੇਰੇ ਮਾਸਕ ਪਾਉਣੋ, ਮਾਸਕ ਦਿਓ। ਸਰਕਾਰ ਦਾ ਕੰਮ ਇਹ ਆ। ਹਸਪਤਾਲਾਂ ਦੇ ਵਿੱਚ ਪ੍ਰਬੰਧ ਮਜ਼ਦੂਰ ਕਰੋ। ਹਸਪਤਾਲਾਂ ਦੇ ਵਿੱਚ ਫਰੀਦਕੋਟ ਮੈਡੀਕਲ ਕਾਲਜ ਦੀ ਐਮਰਜੈਂਸੀ 'ਚ ਗਲਵਸ ਤੱਕ ਹੈ ਨਹੀਂ ਗੇ ਵਿਜੇਪਾਲ ਜੀ। ਲੱਖਾ ਜੀ ਮੈਂ ਲਾਸਟ ਕਮੈਂਟ ਤੁਹਾਡੇ ਤੋਂ ਇਹ ਲੈਣਾ ਹੈ, ਜਿਵੇਂ ਤੁਸੀਂ ਕਹਿ ਰਹੇ ਸੀ ਵੀ ਅਰਜ਼ ਕੀਤੀ ਜਾਂਦੀ ਹੈ, ਜੇ ਤੁਸੀਂ ਆਮ ਆਦਮੀ ਪਾਰਟੀ ਨੂੰ ਰੈਲੀ ਦੇ ਲਈ ਅਰਜ਼ ਕਰ ਰਹੇ ਹੋ ਤੇ ਫਿਰ ਆਮ ਲੋਕਾਂ ਨੂੰ ਵੀ ਅਰਜ਼ ਕਰ ਲਓ, ਜਾਂ ਪੁਲਿਸ ਨੂੰ ਕਹਿ ਦਿਓ ਕਿ ਜੀ ਜੇ ਕੋਈ ਨਹੀਂ ਮਾਸਕ ਲਾਉਂਦਾ ਤਾਂ ਉਹਨੂੰ ਸਮਝਾ ਦਿਓ ਵੀ ਮਾਸਕ ਪਾਊਗਾ, 1000 ਰੁਪਏ ਦਾ ਚਲਾਨ। ਲੋਕ ਤਾਂ ਪਹਿਲਾਂ ਮਰੇ ਪਏ ਆ। ਬਿਲਕੁਲ ਇਸ ਤਰ੍ਹਾਂ ਬਿਲਕੁਲ ਕੈਪਟਨ ਅਮਰਿੰਦਰ ਸਿੰਘ ਜੀ ਨੇ ਪਹਿਲਾਂ ਇਹੀ ਕਿਹਾ ਕਿ ਆਮ ਸ਼ਹਿਰੀਆਂ ਨੂੰ, ਆਮ ਲੋਕਾਂ ਨੂੰ ਸੰਧਮਾ ਜੀ, ਪਹਿਲਾਂ ਕੈਪਟਨ ਅਮਰਿੰਦਰ ਸਿੰਘ ਜੀ ਨੇ ਇਹੀ ਕਿਹਾ ਵੀ ਆਮ ਲੋਕਾਂ ਨੂੰ ਸਿਹਤ ਡਿਪਾਰਟਮੈਂਟ ਨੂੰ ਇਹ ਹਦਾਇਤਾਂ ਨੇ ਵੀ ਲੋਕਾਂ ਨੂੰ ਦੱਸਿਆ ਵੀ ਕਰੋਨਾ ਮਹਾਮਾਰੀ ਹੈ ਜਿਹੜੀ ਬਹੁਤ ਮਾੜੀ ਹੈ, ਬਹੁਤ ਵੱਡੇ ਪੱਧਰ ਤੇ ਦੁਬਾਰਾ ਪੰਜਾਬ 'ਚ ਪੈਰ ਪਸਾਰ ਰਹੀ ਹੈ, ਤੋਂ ਬਚਣ ਦੀ ਲੋੜ ਆ। ਤੇ ਦੂਸਰੀਆਂ ਰੈਲੀਆਂ ਦੀ ਜਦੋਂ ਗੱਲ ਆਈ, ਕੈਪਟਨ ਅਮਰਿੰਦਰ ਸਿੰਘ ਇਹ ਜੇ ਸਖਤ ਫੈਸਲੇ ਲੈਂਦੇ ਨੇ, ਇਤਿਹਾਸ ਬਣ ਜਾਂਦਾ। ਇਹ ਪਤਾ ਲੱਗ ਜਾਊ ਆਉਣ ਵਾਲੇ ਦਿਨਾਂ 'ਚ ਕੈਪਟਨ ਅਮਰਿੰਦਰ ਸਿੰਘ ਕੋਵਿਡ ਤੇ ਸਖਤ ਫੈਸਲੇ ਲੈਣਗੇ ਤੇ ਲੈ ਕੇ ਹਟਣਗੇ, ਲਾਗੂ ਕਰਾ ਕੇ ਦਿਖਾਉਣਗੇ। ਠੀਕ ਹੈ। ਧੰਨਵਾਦ ਸਾਰੇ ਮਹਿਮਾਨਾਂ ਦਾ ਸਾਡੇ ਨਾਲ ਡਿਬੇਟ ਦੇ ਵਿੱਚ ਜੁੜਨ ਲਈ। ਪਰ ਸਵਾਲ ਸਾਡੇ ਉਹੀ ਨੇ ਕਿ ਕੀ ਹੁਣ ਪਾਬੰਦੀਆਂ ਦੇ ਨਾਲ ਕਰੋਨਾ ਦੀ ਰਫ਼ਤਾਰ ਤੇ ਬ੍ਰੇਕ ਲੱਗੇਗੀ? ਕੀ ਪੰਜਾਬ ਲਾਕਡਾਊਨ ਵੱਲ ਵੱਧਦਾ ਨਜ਼ਰ ਆ ਰਿਹਾ ਹੈ? ਕਰੋਨਾ ਦਾ ਪ੍ਰਭਾਵ ਕਿੰਨਾ ਕੁ ਹੈ? ਔਰ ਸਿਆਸੀ ਰੈਲੀਆਂ ਨੂੰ ਲੈ ਕੇ ਜਿਹੜੀਆਂ ਪਾਬੰਦੀਆਂ ਨੇ ਉਸ ਦੇ ਫਿਰ ਜਿਹੜੇ ਮਾਪਦੰਡ ਨੇ ਉਸ ਮੌਕੇ ਤੇ ਕਿਉਂ ਬਦਲ ਜਾਂਦੇ ਨੇ? ਇਹ ਬੜਾ ਵੱਡਾ ਸਵਾਲ ਨੇ। ਇੱਕ
ਇਸ ਡਿਬੇਟ ਨੂੰ ਅਸੀਂ ਇੱਥੇ ਹੀ ਖਤਮ ਕਰਦੇ ਹਾਂ। ਜੋ ਸਵਾਲ ਦਾ ਜਿਹੜਾ ਅਸੀਂ ਸਵਾਲ ਪੁੱਛਿਆ ਸੀ ਸਟਾਰਟਿੰਗ ਦੇ ਵਿੱਚ, ਉਸ ਦਾ ਜਵਾਬ ਦੇਵਾਂਗੇ। ਬਹੁਤ ਛੋਟਾ ਜਿਹਾ ਕਮਰਸ਼ੀਅਲ ਬ੍ਰੇਕ, ਜਲਦ ਵਾਪਸ ਆਉਂਦੇ।